ਜਿਹੜਾ ਮੇਰਾ ਮਾਈਂਡ ਐਕਸ਼ਨ ਕਰ ਰਿਹਾ ਹੋਏਗਾ ਉਹ ਸਟਰੋਂਗ ਐਕਸ਼ਨ ਹੋਣਗੇ, ਜਿਹੜਾ ਮੇਰਾ ਬ੍ਰੇਨ ਕੰਮ ਕਰ ਰਿਹਾ ਹੋਏਗਾ ਉਹ ਵੀਕ ਐਕਸ਼ਨ ਹੋਏਗਾ। ਹੁਣ ਇਹਦਾ ਦੂਸਰਾ ਪਾਰਟ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੇ ਵੀ ਐਕਸ਼ਨ ਦੇ ਨਾਲ ਦੋ ਤਿੰਨ ਚੀਜ਼ਾਂ ਜੁੜੀਆਂ ਹੋਣਗੀਆਂ ਨਾ, ਇੱਕ ਇੰਪਲਸ, ਇੰਪਲਸਿਵ ਦਾ ਮਤਲਬ ਹੈ ਕਿ ਤੁਹਾਡੇ ਮਨ 'ਚ ਇੱਕ ਵਿਚਾਰ ਆਇਆ ਤੇ ਤੁਹਾਨੂੰ ਹੁਣ ਇਹ ਲੱਗਣ ਲੱਗ ਪਿਆ ਕਿ ਦੁਨੀਆ ਦਾ ਸਭ ਤੋਂ ਅਹਿਮ ਵਿਚਾਰ ਇਹੀ ਹੈ, ਜਦੋਂ ਤੱਕ ਮੈਂ ਇਹਨੂੰ ਪੂਰਾ ਨਹੀਂ ਕਰਾਂਗਾ ਨਾ ਉਨੀ ਦੇਰ ਮੈਂ ਜ਼ਿੰਦਗੀ ਦਾ ਕੋਈ ਕੰਮ ਨਹੀਂ ਕਰ ਸਕਦਾ, ਸਾਹ ਵੀ ਨਹੀਂ ਲਊਂਗਾ, ਰੋਟੀ ਵੀ ਨਹੀਂ ਖਾਊਂਗਾ, ਪਾਣੀ ਵੀ ਨਹੀਂ ਪੀਊਂਗਾ, ਕੁਛ ਨਹੀਂ ਕਰੂੰਗਾ। ਜਿੰਨੀ ਦੇਰ ਤੱਕ ਇਹ ਜਿਹੜਾ ਮੇਰਾ ਸੋਚ ਇੱਕ ਵਾਰੀ ਪੈਦਾ ਹੋ ਗਈ ਹੈ, ਆਲ ਆਫ ਏ ਸਡਨ, ਕਿੱਥੋਂ ਆਈ ਹੈ ਪਤਾ ਨਹੀਂ, ਕਦੋਂ ਆਈ ਹੈ ਪਤਾ ਨਹੀਂ, ਕਿਹਨੂੰ ਦੇਖ ਕੇ ਆਈ ਪਤਾ ਨਹੀਂ, ਗੱਲ ਸਿਰਫ ਇਹ ਆ ਗਈ ਕਿ ਇੰਪਲਸਿਵ ਐਕਸ਼ਨ ਜਿਹੜੇ ਹੈ ਨਾ ਸਾਡੇ, ਇਹ ਵੀਕ ਐਕਸ਼ਨਸ ਹੁੰਦੇ ਆ। ਇੰਪਲਸਿਵ ਦਾ ਮਤਲਬ ਹੈ ਆਲ ਆਫ ਏ ਸਡਨ, ਮਤਲਬ ਇਹਨੂੰ ਸਮਝਾਉਣ ਦਾ ਮੈਂ ਤਰੀਕਾ ਤੁਹਾਨੂੰ ਇਹ ਦੱਸਦਾ ਥੋੜਾ ਜਿਹਾ। ਇੱਕ ਸੋਚ ਸਾਡੇ ਦਿਮਾਗ ਦੇ ਵਿੱਚ ਪੈਦਾ ਹੋਈ, ਆਲ ਆਫ ਏ ਸਡਨ ਉਹ ਆਪਣੀ ਇੰਪੋਰਟੈਂਸ ਗੇਨ ਕਰਦੀ ਗਈ ਐਂਡ ਇੱਕ ਟਾਈਮ ਤੇ ਉਹ ਇੰਨੀ ਇੰਪੋਰਟੈਂਟ ਹੋ ਗਈ ਔਰ ਡੂ ਐਂਡ ਡਾਈ ਦਾ ਮਾਮਲਾ ਬਣ ਗਿਆ ਕਿ ਜੇ ਮੈਂ ਇਹ ਚੀਜ਼ ਨਹੀਂ ਕਰੂੰਗਾ ਤਾਂ ਫਿਰ ਮੈਂ ਆਪਣੇ ਆਪ ਨੂੰ ਖਤਮ ਹੀ ਕਰ ਲੂੰਗਾ। ਇੰਨਾ ਜ਼ਿਆਦਾ ਇੰਪਲਸਿਵ ਫੈਸਲਾ ਹੋ ਜਾਂਦਾ, ਇਹ ਹੈ ਇੰਪਲਸਿਵ। ਬਟ ਇਸ ਇੰਪਲਸਿਵ ਦਾ ਜਿਹੜਾ ਦੂਸਰਾ ਨੁਕਸਾਨ ਹੁੰਦਾ ਨਾ ਕਿ ਇਟ ਗਿਵਸ ਰਾਈਜ਼ ਟੂ obsession। ਜਿਹੜਾ ਇਨਸਾਨ ਇੰਪਲਸਿਵ ਫੈਸਲਾ ਕਰਦਾ ਹੈ ਨਾ, ਅਲਟੀਮੇਟਲੀ ਫਿਰ ਉਸ obsession ਦੇ ਵਿੱਚ ਫਸ ਜਾਂਦਾ। ਇੰਪਲਸਿਵ ਥਾਟਸ ਉਹ ਹੁੰਦੇ ਆ, ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇੱਕ ਸੋਚ ਜਿਹੜੀ ਸਾਡੇ ਦਿਮਾਗ ਦੇ ਵਿੱਚ ਪੈਦਾ ਹੋਈ, ਆਲ ਆਫ ਏ ਸਡਨ ਉਹ ਇੰਨੀ ਸਟਰੋਂਗ ਹੋ ਗਈ ਕਿ ਸਾਨੂੰ ਲੱਗਦਾ ਹੈ ਕਿ ਜੇ ਇਹ ਫੈਸਲਾ ਮੈਂ ਇੰਪਲਸਿਵ ਐਕਟ ਦੇ ਉੱਪਰ ਨਹੀਂ ਕੰਮ ਕਰ ਸਕਿਆ, ਇਟ ਇਜ਼ ਬੈਟਰ ਟੂ ਡਾਈ ਦੈਨ ਟੂ ਲੀਵ ਇਟ, ਉਹਨੂੰ ਛੱਡ ਨਹੀਂ ਸਕੇਗਾ। ਐਂਡ ਉਸ ਤੋਂ ਬਾਅਦ ਉਹਦਾ ਸੈਕੰਡ ਮਿਜ਼ਰੇਬਲ ਪਾਰਟ ਇਹ ਬਣੇਗਾ ਕਿ ਅਲਟੀਮੇਟਲੀ ਇਟ ਵਿਲ ਬੀ ਪਾਰਟ ਆਫ ਆਰ obsession। ਫਿਰ ਬੰਦਾ ਉਸੇ ਚੀਜ਼ ਦੇ ਵਿੱਚ ਹੀ ਫਸ ਕੇ ਰਹਿ ਜਾਏਗਾ, ਕਿਉਂਕਿ ਜੇ ਇੰਪਲਸਿਵ ਫੈਸਲੇ ਨੇ ਤੁਹਾਨੂੰ ਕੋਈ ਰੀਇਨਫੋਰਸਮੈਂਟ ਦੇ ਦਿੱਤੀ, ਰੀਇਨਫੋਰਸਮੈਂਟ ਹੁੰਦਾ ਕਿ ਕਿਸੇ ਨਾ ਕਿਸੇ ਚੀਜ਼ ਦਾ ਮਜ਼ਾ ਆ ਗਿਆ, ਇੰਪਲਸਿਵ ਕੰਮ ਕੀਤਾ ਤੁਹਾਨੂੰ ਉਹਦਾ ਮਜ਼ਾ ਆ ਗਿਆ। ਤੁਹਾਨੂੰ ਕੋਈ ਵੀ ਕੰਮ ਹੋਏ ਤੁਸੀਂ ਇੰਪਲਸਿਵਲੀ ਕਰੋ, ਉਹਦਾ ਤੁਹਾਨੂੰ ਇੱਕ ਮਜ਼ਾ ਆਉਂਦਾ, ਉਹਦੀ ਗ੍ਰੈਟੀਫਿਕੇਸ਼ਨ ਆਉਂਦੀ ਹੈ, ਉਹ ਗ੍ਰੈਟੀਫਿਕੇਸ਼ਨ ਜਿਹੜੀ ਆ ਤੁਹਾਨੂੰ ਯਾਦ ਹੋ ਜਾਂਦੀ ਹੈ। ਫਿਰ ਤੁਹਾਨੂੰ ਬਾਰ-ਬਾਰ ਦਿਲ ਕਰਦਾ ਹੈ ਉਸੇ ਥਾਟ ਨੂੰ ਕੰਟੀਨਿਊ ਕਰਨ ਵਾਸਤੇ। ਜਦੋਂ ਉਹ ਥਾਟ ਬਾਰ-ਬਾਰ ਤੁਹਾਡੀ ਮਰਜ਼ੀ ਤੋਂ ਬਗੈਰ ਤੁਹਾਡੇ ਦਿਮਾਗ ਦੇ ਵਿੱਚ ਆਈ ਜਾਏਗਾ ਤੇ ਤੁਸੀਂ ਉਹਨੂੰ ਰੋਕ ਨਹੀਂ ਪਾਓਗੇ, ਤੁਹਾਡੇ ਵਾਸਤੇ ਬੜੀ ਮਿਜ਼ਰੇਬਲ ਕੰਡੀਸ਼ਨ ਹੋ ਜਾਏਗੀ। ਐਂਡ ਇਹ ਸੋਚ ਨੂੰ ਤੁਸੀਂ ਸੋਚਣਾ ਵੀ ਨਹੀਂ ਚਾਹੋਗੇ, ਪਰ ਸੋਚ ਤੁਹਾਡੀ ਮਰਜ਼ੀ ਤੋਂ ਬਗੈਰ ਤੁਹਾਡੇ ਦਿਮਾਗ ਦੇ ਵਿੱਚ ਵਰਲਪੂਲ ਦੀ ਤਰ੍ਹਾਂ ਘੁੰਮੀ ਜਾਏਗੀ ਐਂਡ ਤੁਸੀਂ ਇਸ ਸੋਚ ਤੋਂ ਛੁਟਕਾਰਾ ਨਹੀਂ ਪਾ ਸਕੋਗੇ। ਇਹ ਇਹਦਾ ਸੈਕੰਡ ਪਾਰਟ ਹੈ। ਇੰਪਲਸ ਇਜ਼ ਡੇਂਜਰਸ, ਬਟ ਉਸ ਵੇਲੇ ਕੋਈ ਸਮਝ ਨਹੀਂ ਆਉਂਦੀ। ਇਹ ਜਿਹੜੀ ਇੰਪਲਸ ਆਉਂਦੀ ਹੈ 1,84,000 ਮਾਈਲਸ ਪਰ ਸੈਕਿੰਡ ਦੀ ਰਫਤਾਰ ਨਾਲ ਆਉਂਦੀ ਹੈ। ਵੀ ਡੋਂਟ ਈਵਨ ਨੋ ਕਿ ਵੀ ਇੰਪਲਸ ਆਈ ਹੈ। ਸਾਡੇ ਪੇਸ਼ੈਂਟਸ ਵਿੱਚ ਇੰਪਲਸਿਵ ਆਉਂਦੀਆਂ, ਉਸ ਤੋਂ ਬਾਅਦ obsession ਬਣ ਜਾਂਦੀ ਹੈ, ਦਿਨ ਰਾਤ ਉਹੀ ਖਿਆਲ ਤੇ ਖਿਆਲ ਆਈ ਜਾਂਦਾ ਐਂਡ ਇਹ ਇੰਨਾ ਐਗਜ਼ੌਸਟ ਕਰ ਦਿੰਦਾ ਬੰਦਾ ਕਹਿੰਦਾ ਮੈਂ ਇਸ ਤੋਂ ਪਿੱਛਾ ਕਿਵੇਂ ਛੁਡਾਵਾਂ। ਐਂਡ ਦੈਨ the third part is the most dangerous part, which is compulsive। ਉਹਨੂੰ ਉਹ ਕੰਮ ਕਰਨਾ ਪਿਆ ਜਿਹੜਾ ਉਹਨੇ ਸੋਚਿਆ ਸੀਗਾ ਕਿ ਮੈਂ ਨਹੀਂ ਕਰਨਾ, ਕਿਉਂਕਿ ਇੰਪਲਸ ਤੋਂ ਫਿਰ ਕੀ ਬਣ ਗਿਆ, ਇੰਪਲਸਿਵ ਤੋਂ ਕੰਪਲਸਿਵ। ਜਿਹੜੀ ਚੀਜ਼ ਸਿਰਫ ਮੈਂ ਸੋਚਿਆ ਸੀਗਾ ਵੀ ਬਸ ਇੱਕ ਵਾਰੀ ਮੈਂ ਕਰਾਂਗਾ ਵਿਦਆਊਟ ਐਨੀ ਥਾਟ, ਉਹ ਅਲਟੀਮੇਟਲੀ ਕੰਪਲਸਿਵ ਬਣ ਗਈ। ਹੁਣ ਮੈਨੂੰ ਕਰਨੀ ਪੈ ਰਹੀ ਹੈ ਭਾਵੇਂ ਮੈਂ ਇਹਦੇ 'ਚ ਖਤਮ ਹੋ ਜਾ। ਇਹਨਾਂ ਸਾਰੀਆਂ ਚੀਜ਼ਾਂ 'ਚ ਨਾ ਤੁਸੀਂ ਦੇਖੋਗੇ ਕਿ ਜਿਹੜਾ ਬ੍ਰੇਨ ਹੈ ਨਾ ਉਹ ਡੂ ਔਰ ਡਾਈ ਦੇ ਪ੍ਰਿੰਸੀਪਲ ਤੇ ਚੱਲਦਾ, ਕਰ ਜਾਓ ਮਰ ਜਾਓ, ਖਤਮ, ਦੇਖੀ ਵੇਖੀ ਜਾਏਗੀ। ਅਗਲਾ ਕਹਿੰਦਾ ਇਹ ਹੋ ਜਾਏਗਾ, ਉਹ ਕਹਿੰਦਾ ਦੇਖੀ ਵੇਖੀ ਜਾਏਗੀ। ਇੰਪਲਸਿਵ ਕੰਪਲਸਿਵ ਇਹ ਜਿਹੜੇ ਸੋਚਾਂ ਹੁੰਦੀਆਂ ਨਾ, ਇਹ ਸਾਡੇ ਪੂਅਰ ਮੈਂਟਲ ਹੈਲਥ ਦੀ ਨਿਸ਼ਾਨੀ ਹੈ, ਜਿਹਦੇ ਵਿੱਚ ਸਾਡਾ ਐਨੀਮਲ ਬ੍ਰੇਨ ਕੰਮ ਕਰ ਰਿਹਾ ਹੈ
ਤੇ ਸਾਡਾ ਮਾਸਟਰ ਮਾਈਂਡ ਉਹਨੂੰ ਰੋਕ ਨਹੀਂ ਪਾ ਰਿਹਾ, ਇਨ ਸਪਾਈਟ ਆਫ ਦਾ ਫੈਕਟ ਕਿ ਸਾਡੇ ਨੁਕਸਾਨ ਹੋ ਰਹੇ ਆ। ਲਾਸਟ ਸਟੇਜਸ ਹੋਣਗੀਆਂ, ਇਹ ਤੁਹਾਨੂੰ ਦੱਸਿਆ ਜਿੰਨੇ ਵੀ ਸੁਸਾਈਡ ਹੁੰਦੇ ਆ, ਜਿੰਨੇ ਵੀ ਮਰਡਰਸ ਹੁੰਦੇ ਆ, ਰੇਪ ਵਿਕਟਮਸ, ਰੇਪਸ ਹੈ ਜਿਹੜੇ ਹੁੰਦੇ ਆ ਨਾ, ਜਿਹੜੇ ਕਿ ਐਂਟੀ ਸੋਸ਼ਲ ਕੰਮ ਹੁੰਦੇ ਆ ਜਾਂ ਕ੍ਰਾਈਮ ਹੁੰਦਾ, ਇਹ ਸਾਰਾ ਇਸੇ ਚੀਜ਼ ਦੇ ਵਿੱਚ ਹੁੰਦਾ, ਇੰਪਲਸਿਵ, obsessive ਤੇ ਕੰਪਲਸਿਵ। ਇੰਪਲਸਿਵ ਐਕਟ ਆਉਂਦਾ, ਗ੍ਰੈਟੀਫਿਕੇਸ਼ਨ ਆਉਂਦੀ ਹੈ, ਉਹ obsession ਬਣ ਜਾਂਦੀ ਹੈ, ਐਂਡ ਅਲਟੀਮੇਟਲੀ ਉਦੋਂ ਤੱਕ ਸਾਹ ਨਹੀਂ ਲੈਂਦੀ ਜਦੋਂ ਤੱਕ ਬੰਦਾ ਉਸ 'ਤੇ ਐਕਟ ਕਰ ਨਾ ਲਵੇ, ਐਂਡ ਜਦੋਂ ਕਰਦਾ ਹੈ ਉਸ ਤੋਂ ਬਾਅਦ ਅਗਲੀ ਗੇਮ ਸ਼ੁਰੂ ਹੁੰਦੀ ਹੈ ਅਫਸੋਸ, ਰਿਗਰੈਟ ਦੀ। ਉਦੋਂ ਤੱਕ ਫਿਰ ਇਹ ਮਾਈਂਡ ਆ ਜਾਂਦਾ ਕਿ ਇਹ ਤੂੰ ਕੀ ਕਰ ਬੈਠਾ। ਬਟ ਬਾਈ ਦਾ ਟਾਈਮ ਅਸੀਂ ਉਹ ਕਰ ਲਿਆ ਜਿਹੜਾ ਅਸੀਂ ਕਰਨਾ ਨਹੀਂ ਸੀ ਚਾਹੀਦਾ ਸਾਨੂੰ। ਅਸੀਂ ਪਹਿਲਾਂ ਪਲਾਨ ਕੀਤਾ ਸੀ ਵੀ ਇਹ ਕੰਮ ਨਹੀਂ ਕਰਨਾ, ਸਾਡਾ ਪਹਿਲੀ ਪਲੈਨਿੰਗ ਇਹ ਸੀਗੀ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ, ਪਰ ਅਸੀਂ ਸਿਰਫ ਪਲੈਨਿੰਗ ਕੀਤੀ ਸੀ, ਤਿਆਰੀ ਨਹੀਂ ਸੀ ਕੀਤੀ। देयर इज अ डिफरेंस बिटवीन कि मेरी सोच, मैं हर एक इंसान की नीयत चंगी होंदी है, हर एक इंसान की नीयत चंगी होंदी है, पर उसका तरीका गलत होंदा है। तरीका गलत क्यों होंदा है? क्योंकि उन्हें उस तरीके नूं पहलां उहदी ट्रेनिंग नहीं कीती होंदी। हुण तुहानूं इहदे नाल थोड़ा जिहा सर्कल कंप्लीट होया कि हर एक बंदा जिहड़ा घिनौना तो घिनौना क्राइम भी कर रहा ना, ਉਹਦੀ ਨੀਅਤ ਚੰਗੀ ਹੁੰਦੀ ਹੈ, ਬਟ ਉਹਦਾ ਤਰੀਕਾ ਗਲਤ ਹੁੰਦਾ ਹੈ। ਐਂਡ ਤਰੀਕਾ ਗਲਤ ਕਿਉਂ ਹੁੰਦਾ ਹੈ? ਕਿਉਂਕਿ ਉਹਨੇ ਇਸ ਤੋਂ ਆਲਟਰਨੇਟਿਵ ਤਰੀਕੇ ਦੀ ਤਿਆਰੀ ਨਹੀਂ ਕੀਤੀ ਹੁੰਦੀ। ਹੁਣ ਤੁਸੀਂ ਦੇਖੋ ਕਿ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਲਾਈਫ ਨੂੰ ਚੇਂਜ ਕਰਨ ਵਾਲੀ ਹੈ ਨਾ, ਉਹ ਤਿਆਰੀ ਹੈ, ਟ੍ਰੇਨਿੰਗ ਹੈ। ਹਰ ਚੀਜ਼ ਵਾਸਤੇ ਟ੍ਰੇਨਿੰਗ ਹੈ, ਹਰ ਚੀਜ਼ ਵਾਸਤੇ। ਇਹਦਾ ਮਤਲਬ ਹੈ ਕਿ ਜੇ ਤੁਸੀਂ ਇੱਧਰੋਂ ਇੱਧਰ ਦਾ ਸਫ਼ਰ ਤਿਆਰ ਕਰਨਾ ਤੇ ਪ੍ਰੋਐਕਟਿਵ, ਪ੍ਰੋ ਦਾ ਮਤਲਬ ਬਹੁਤ ਇੰਪੋਰਟੈਂਟ ਹੈ। ਐਕਟਿਵ ਦਾ ਮਤਲਬ ਇਨੀਸ਼ੀਏਟਿਵ ਲੈਣਾ, ਪ੍ਰੋ ਦਾ ਮਤਲਬ ਸੋਚ ਸਮਝ ਕੇ, ਤਿਆਰੀ ਕਰਕੇ, ਸਿੱਖ ਕੇ, ਆਪਣੀ ਸੂਝ-ਬੂਝ ਦੇ ਨਾਲ ਪਹਿਲਾਂ ਤੋਂ ਤਿਆਰੀ ਕਰ ਲੈਣੀ, ਪਹਿਲਾਂ ਤੋਂ ਤਿਆਰੀ ਕਰ ਲੈਣੀ। ਯੈਸ, ਪਹਿਲਾਂ ਤੋਂ ਤਿਆਰੀ ਕਰਕੇ ਰੱਖਣੀ ਵੀ ਕੱਲ ਸਵੇਰੇ ਮੈਂ ਇਸ ਜਗ੍ਹਾ ਤੇ ਜਾਣਾ। ਜਿਵੇਂ ਤੁਹਾਡੇ ਵਾਸਤੇ ਹੁਣ ਬੜਾ ਇੰਪੋਰਟੈਂਟ ਹੈ ਕਿ ਤੁਸੀਂ ਆਪਣੇ ਪੇਸ਼ੈਂਟ ਨਾਲ ਗੱਲ ਕਰਨੀ ਹੈ। ਡੋਂਟ ਸਟਾਰਟ ਯੂਰ ਕਨਵਰਸੇਸ਼ਨ ਇੱਕਦਮ ਬੈਠੇ ਬੈਠੇ ਸ਼ੁਰੂ ਕਰ ਦਿਓ, ਹਾਂ ਬਈ ਤੂੰ ਕੀ ਕਰਦਾ, ਇਸ ਤਰ੍ਹਾਂ ਕੀ ਆ, ਯੂ ਵਿਲ ਲੂਜ਼। ਪਹਿਲਾਂ ਤੋਂ ਤਿਆਰੀ ਕਰੋ, ਰਿਹਰਸਲ ਕਰੋ ਕਿ ਮੇਰਾ ਪੇਸ਼ੈਂਟ ਆਏਗਾ, ਉਹ ਮੇਰਾ ਪੇਸ਼ੈਂਟ ਜਦੋਂ ਕੱਲ ਬਿਲਕੁਲ ਠੀਕ ਹਾਲਤ 'ਚ ਹੋਏਗਾ, ਜਦੋਂ ਉਹਦਾ ਨਸ਼ਾ ਉਤਰ ਜਾਏਗਾ, ਸਵੇਰੇ ਅਸੀਂ ਬ੍ਰੇਕਫਾਸਟ 'ਤੇ ਬੈਠਾਂਗੇ, ਬ੍ਰੇਕਫਾਸਟ ਦੇ ਟੇਬਲ ਦੇ ਉੱਪਰ ਮੈਂ ਇਸ ਤਰੀਕੇ ਨਾਲ ਗੱਲ ਸ਼ੁਰੂ ਕਰੂੰਗਾ, ਗੱਲ ਉਨੀ ਕੁ ਕਰੂੰਗਾ ਜਿਹੜੀ 1 ਮਿੰਟ ਦੇ ਵਿੱਚ ਖਤਮ ਹੋ ਜਾਏ, ਤੇ ਉਸ ਤੋਂ ਬਾਅਦ ਜਿਹੜਾ ਐਂਡ ਰਿਜ਼ਲਟ ਜਿਹੜਾ ਉਹ ਗੁੱਡ ਫੀਲਿੰਗਸ ਹੋਣਾ ਚਾਹੀਦਾ, ਨਾ ਕਿ ਕੌੜੀਆਂ ਫੀਲਿੰਗਸ ਹੋਣੀਆਂ ਚਾਹੀਦੀਆਂ। ਜਿਹੜਾ ਮੈਂ ਖਲੇਰਾ 1 ਮਿੰਟ ਦੇ ਵਿੱਚ ਪਾਊਂਗਾ, ਉਹ ਮੈਂ 1 ਮਿੰਟ ਤੋਂ ਪਹਿਲਾਂ ਸਾਂਭੂਗਾ ਵੀ। ਜਿਹੜੀ ਤੁਸੀਂ ਗੱਲ ਕਰਨ ਲੱਗਿਆ ਤੁਹਾਡਾ ਪੇਸ਼ੈਂਟ ਹੀਟ ਅਪ ਹੋਏਗਾ, ਪਹਿਲਾਂ ਤੇ ਆਪਣੇ ਆਪ ਨੂੰ ਹੀਟ ਅਪ ਨਹੀਂ ਹੋਣ ਦੇਣਾ। ਦੂਸਰੀ ਗੱਲ ਇਹ ਦੱਸਣੀ ਹੈ ਕਿ ਜਿਹੜੀ ਚੀਜ਼ ਤੁਸੀਂ ਕੀਤੀ ਮੈਨੂੰ ਪਸੰਦ ਨਹੀਂ ਆਈ। ਤੀਸਰਾ ਗੱਲ ਦੱਸਣਾ ਕਿ ਮੇਰਾ ਰਿਸ਼ਤਾ ਤੁਹਾਡੇ ਨਾਲ ਕੀ ਹੈ। ਚੌਥਾ ਮੈਂ ਕੀ ਇਹਦੇ ਨਾਲ ਮੇਰਾ ਦਿਲ ਟੁੱਟਿਆ। ਪੰਜਵਾਂ ਇਹ ਕਿ ਮੈਂ ਐਕਸਪੈਕਟ ਕਰਦਾ ਕਿ ਤੁਸੀਂ ਅੱਗੇ ਤੋਂ ਕੀ ਕਰੋਗੇ। ਐਂਡ ਫਿਰ ਉਸ ਤੋਂ ਬਾਅਦ ਗੁੱਡ ਫੀਲਿੰਗਸ, ਆਈ ਨੋ ਯੂ ਆਰ ਦਾ ਬੈਸਟ ਪਰਸਨ। ਤੁਹਾਡਾ ਤਰੀਕਾ ਨਹੀਂ ਸੀ ਠੀਕ ਹੈਗਾ, ਤੁਹਾਡੀ ਨੀਅਤ ਬਿਲਕੁਲ ਠੀਕ ਸੀ। ਯੂ ਆਲਵੇਜ਼ ਵਾਂਟਡ ਨਾਟ ਟੂ ਡੂ ਦ ਡਰੱਗਸ, ਬਟ ਯੂ ਡੂ ਇਟ ਬਿਕੋਜ਼ ਕਿਉਂ ਨਹੀਂ ਕਰ ਸਕੇ? ਕਿਉਂਕਿ ਸਾਡੀ ਤਿਆਰੀ ਕੰਪਲੀਟ ਨਹੀਂ ਸੀ। ਹੁਣ ਸਾਰਾ ਦਾ ਸਾਰਾ ਸਾਡਾ ਪ੍ਰੋਗਰਾਮ ਜਿਹੜਾ ਉਹ ਤਿਆਰੀ ਦੇ ਵਿੱਚ ਹੈ, ਆਲ ਦਾ ਪ੍ਰੋਗਰਾਮ। ਐਂਡ ਤਿਆਰੀ ਇਹ ਵੀ ਨਹੀਂ ਹੈ ਕਿ ਸਿਰਫ ਵਰਬਲ ਤਿਆਰੀ ਹੈ, ਇਟਸ ਅ ਪ੍ਰੈਕਟੀਕਲ ਤਿਆਰੀ। ਹੁਣ ਤੁਹਾਨੂੰ ਵੀ ਇਹ ਤਿਆਰੀ ਸਿੱਖਣੀ ਪਊਗੀ ਕਿ ਤੁਹਾਡੇ ਪੇਸ਼ੈਂਟ ਨੇ ਕਈ ਇਹੋ ਜਿਹੀਆਂ ਸਿਚੁਏਸ਼ਨਸ ਘਰ 'ਚ ਪੈਦਾ ਕਰਨੀਆਂ, ਜਿਹੜੀਆਂ ਸਿਚੁਏਸ਼ਨਸ ਦੇ ਵਾਸਤੇ ਜੇ ਤੁਸੀਂ ਤਿਆਰ ਨਾ ਹੋਏ ਐਂਡ ਜੇ ਤੁਸੀਂ ਫੇਲ ਹੋ ਗਏ ਉਸ ਸਿਚੁਏਸ਼ਨ ਦੇ ਵਿੱਚ, ਫਿਰ ਤੁਹਾਨੂੰ ਉਹਦੀ ਕਾਸਟ ਪੇ ਕਰਨੀ ਪਏਗੀ, ਉਹਦੇ ਕੌਨਸੀਕੁਐਂਸਿਸ ਪੇ ਕਰਨੇ ਪੈਣਗੇ। ਸੋ ਹਰ ਉਹ ਚੀਜ਼, ਇਹਦਾ ਮਤਲਬ ਹੈ ਹਰ ਉਹ ਚੀਜ਼ ਜਿਹਦੀ ਅਸੀਂ ਤਿਆਰੀ ਪੂਰੀ ਨਹੀਂ ਕੀਤੀ, ਸਾਡੇ ਕੋਲੋਂ ਉਹ ਠੀਕ ਤਰੀਕੇ ਨਾਲ ਉਸ ਵੇਲੇ ਨਹੀਂ ਹੱਲ ਹੋਏਗੀ, ਫਿਰ ਸਾਨੂੰ ਉਹਦੇ ਕੌਨਸੀਕੁਐਂਸਿਸ ਪੇ ਕਰਨੇ ਪੈਣਗੇ। ਫਿਰ ਅਸੀਂ ਇਹ ਕਹਾਂਗੇ, ਬਲੇਮ ਕਰਾਂਗੇ, ਉਹਨੇ ਮੈਨੂੰ ਇਹ ਕਰਤਾ, ਉਹਨੇ ਮੈਨੂੰ ਖਿਜਾ ਦਿੱਤਾ, ਉਹਨੇ ਮੈਨੂੰ ਗੁੱਸਾ ਕਢਾ ਦਿੱਤਾ, ਉਹਨੇ ਮੈਨੂੰ ਇਸ ਸਿਚੁਏਸ਼ਨ 'ਚ ਲੈ ਦਿੱਤਾ ਕਿ ਜਿੱਥੇ ਜਾ ਕੇ ਮੇਰੇ ਕੋਲ ਕੋਈ ਹੋਰ ਰਸਤਾ ਹੀ ਨਹੀਂ ਰਿਹਾ।
ਇਨਫੈਕਟ ਉਹਨੇ ਨਹੀਂ ਲਿਆਂਦਾ, ਸਾਡੀ ਤਿਆਰੀ ਇਨਕੰਪਲੀਟ ਹੈ। ਹੁਣ ਪ੍ਰੋਐਕਟਿਵ ਇਹ ਕਹਿੰਦਾ ਹੈ ਕਿ ਪਹਿਲਾਂ ਆਪਣੀ ਤਿਆਰੀ ਪੂਰੀ ਧਿਆਨ ਨਾਲ ਕਰੋ ਐਂਡ ਫਿਰ ਇਨੀਸ਼ੀਏਟਿਵ ਲਓ। ਇਹ ਨਹੀਂ ਹੈ ਕਿ ਚੁੱਪ ਕਰਕੇ ਬੈਠੇ ਰਹੋ, ਪੇਸ਼ੈਂਟ ਵੀ ਬੈਠਾ, ਤੁਸੀਂ ਵੀ ਬੈਠੇ ਹੋ, ਰਾਤ ਉਹ ਫੰਡਾ ਵੀ ਹੋਇਆ, ਰਾਤ ਨੁਕਸਾਨ ਵੀ ਹੋਇਆ, ਕਾਰ ਦਾ ਵੀ ਪੰਗਾ ਪਿਆ, ਐਕਸੀਡੈਂਟ ਵੀ ਹੋਇਆ, ਮਸਲੇ ਵੀ ਪੈਦਾ ਹੋਏ ਆ, ਤਾਂ ਤੁਸੀਂ ਸਵੇਰੇ ਚੁੱਪ ਕਰਕੇ ਨਹੀਂ ਬੈਠੇ ਰਹਿਣਾ। ਪ੍ਰੋਐਕਟਿਵ ਦਾ ਮਤਲਬ ਹੈ ਐਕਟਿਵ ਹੋਣਾ, ਪਰ ਪ੍ਰੋਐਕਟਿਵ ਉਹਦੀ ਪਹਿਲਾਂ ਸਾਰੀ ਪਲੈਨਿੰਗ ਕਰਕੇ ਫਿਰ ਤੁਸੀਂ ਉਸ ਜਗ੍ਹਾ ਤੇ ਬੈਠਣਾ ਜਿੱਥੇ ਉਹ ਗੱਲ ਕਰਨੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਗੱਲ ਸ਼ੁਰੂ ਕਿੱਥੋਂ ਕਰਨੀ ਹੈ, ਮਿਡਲ 'ਚ ਕੀ ਕਹਿਣਾ, ਲਾਸਟ 'ਚ ਕੀ ਕਹਿਣਾ, ਐਂਡ ਜਿਹੜੀ ਐਂਡਿੰਗ ਆਫ ਦਾ ਟਾਕ ਹੈ ਉਹ ਗੁੱਡ ਫੀਲਿੰਗਸ ਤੇ ਹੋਣੀ ਚਾਹੀਦੀ ਹੈ, ਨਾਟ ਔਨ ਦਾ ਦਿਸ ਫੰਡਾ ਕਿ ਬੈਡ ਫੀਲਿੰਗਸ ਦਾ ਉਸ ਵੇਲੇ ਨਹੀਂ ਹੋਣੀ ਚਾਹੀਦੀ। ਘੱਟ ਤੋਂ ਘੱਟ ਇੰਨੀ ਗੁੱਡ ਫੀਲਿੰਗ ਜ਼ਰੂਰ ਹੋਣੀ ਚਾਹੀਦੀ ਹੈ ਜਿਹਦੇ ਐਂਡ ਕਰਨ ਨਾਲ ਘੰਟੇ 2 ਘੰਟੇ ਬਾਅਦ ਤੁਸੀਂ ਫਿਰ ਇੱਕ ਛੋਟੀ ਜਿਹੀ 1 ਮਿੰਟ ਦੀ ਗੱਲ ਕਰ ਸਕੋ। ਇੰਨੀਆਂ ਗੁੱਡ ਫੀਲਿੰਗ ਜ਼ਰੂਰ ਚਾਹੀਦੀਆਂ। ਇੱਕ ਹੱਗ ਕਰ ਸਕਦੇ ਹੋ, ਇੱਕ ਇਹ ਕਹਿ ਸਕਦੇ ਆਈ ਐਮ ਪ੍ਰਾਊਡ ਆਫ ਯੂ। ਤੁਹਾਡੇ 'ਚ ਸਿਰਫ ਇਹ ਇੱਕ ਐਕਟ ਨੂੰ ਛੱਡ ਕੇ ਬਾਕੀ ਤੁਹਾਡੇ 'ਚ ਬਹੁਤ ਸਿਫਤਾਂ ਹੈਗੀਆਂ। ਯੂ ਆਰ ਅ ਕੰਪਲੀਟ ਮੈਨ ਐਕਸੈਪਟ ਦਿਸ ਵਨ ਪਰਟੀਕੂਲਰ ਇਸ਼ੂ। ਇਸ ਤੋਂ ਇਲਾਵਾ ਤੁਹਾਡੇ 'ਚ ਕੋਈ ਵੀ ਮਾੜੀ ਚੀਜ਼ ਨਹੀਂ ਹੈਗੀ। ਇਹ ਇੱਕ ਐਂਡ ਕਰਨ ਦਾ ਤਰੀਕਾ ਹੈ, 1 ਮਿੰਟ ਟਾਕ ਨੂੰ ਐਂਡ ਕਰਨ ਦਾ ਤਰੀਕਾ ਹੈ। ਤੇ ਜੇ ਤੁਸੀਂ 1 ਮਿੰਟ ਤੋਂ ਅੱਗੇ ਚਲੇ ਗਏ ਫਿਰ ਇਟ ਇਜ਼ ਅ ਪ੍ਰੋਬਲਮ। ਕੱਲ ਮੈਂ ਦੱਸਿਆ ਸੀਗਾ ਕਿ ਜਦੋਂ ਤੁਹਾਡਾ ਪੇਸ਼ੈਂਟ ਬਹੁਤ ਵੋਲਾਟਾਈਲ ਹੋਏ, ਬੋਲੀ ਜਾਏ, ਜ਼ਿਆਦਾ ਗੱਲਾਂ ਕਰੇ, ਤੁਸੀਂ ਚੁੱਪ ਕਰ ਜਾਣਾ। ਤੁਸੀਂ ਵੇਟ ਕਰਨੀ ਹੈ ਕਿ ਜਦੋਂ ਸਾਡਾ ਪੇਸ਼ੈਂਟ ਥੱਕ ਜਾਵੇ, ਜਦੋਂ ਥੱਕ ਜਾਏ ਫਿਰ ਤੁਸੀਂ ਆਪਣੀ ਥੋੜੀ ਜਿਹੀ ਗੱਲ ਕਰਨੀ ਹੈ। ਤੇ ਜੇ ਪੇਸ਼ੈਂਟ ਫਿਰ ਦੁਬਾਰਾ ਗੱਲ ਸ਼ੁਰੂ ਕਰਦੇ ਫਿਰ ਤੁਸੀਂ ਚੁੱਪ ਕਰ ਜਾਣਾ। ਪਰ ਇਹ ਤੁਹਾਡਾ ਇੱਕ ਪ੍ਰੋਗਰਾਮ ਹੈ ਨਾ, ਇਹ ਤਾਂ ਤੁਹਾਡਾ ਪਲਾਨ ਹੈ। ਜੇ ਤੁਸੀਂ ਇਸ ਪਲਾਨ ਦੇ ਨਾਲ ਚੱਲੋਗੇ ਸਾਡੇ ਪੇਸ਼ੈਂਟ ਨੂੰ ਤੁਸੀਂ ਹੈਂਡਲ ਕਰ ਪਾਓਗੇ, ਨਹੀਂ ਤੇ ਤੁਸੀਂ ਪੇਸ਼ੈਂਟ ਦੇ ਟਰੈਪ ਦੇ ਵਿੱਚ ਆ ਜਾਓਗੇ ਤੇ ਜਿਹੜਾ ਟਰੈਪ ਉਹਦੇ ਬ੍ਰੇਨ ਦੀ ਬਿਮਾਰੀ ਨੇ ਵਿਛਾਇਆ ਤੁਸੀਂ ਉਸ ਟਰੈਪ ਦਾ ਹਿੱਸਾ ਬਣ ਜਾਓਗੇ। ਹੁਣ ਨੀਅਤ ਸਭ ਦੀ ਚੰਗੀ ਹੈ, ਪੇਸ਼ੈਂਟ ਦੀ ਨੀਅਤ ਚੰਗੀ ਹੈ ਕਿ ਉਹਦਾ ਵੀ ਦਿਲ ਕਰਦਾ ਉਹਦਾ ਮੂਡ ਵਧੀਆ ਰਵੇ, ਉਹਨੂੰ ਵੀ ਚੰਗਾ ਲੱਗਦਾ ਕਿ ਮਜ਼ਾ ਆਏ, ਉਹਨੂੰ ਤੁਹਾਨੂੰ ਵੀ ਚੰਗਾ ਲੱਗਦਾ ਕਿ ਤੁਹਾਨੂੰ ਮਜ਼ਾ ਆਏ, ਤੁਹਾਡੀ ਜ਼ਿੰਦਗੀ ਸੌਖੀ ਹੋਏ। ਸਾਰਿਆਂ ਦਾ ਨੀਅਤ ਚੰਗੀ ਹੈ, ਪਰ ਸਾਨੂੰ ਤਰੀਕਾ ਨਹੀਂ ਨਾ ਆਉਂਦਾ, ਜਦੋਂ ਤਿਆਰੀ ਨਹੀਂ ਕੀਤੀ ਹੋਈ ਤੇ ਤਰੀਕਾ ਨਹੀਂ ਆਉਂਦਾ, ਇਸ ਕਰਕੇ ਅਸੀਂ ਫੇਲ ਹੋ ਜਾਂਦੇ ਹਾਂ। ਹੁਣ ਇਸ ਤਿਆਰੀ ਤੋਂ ਬਾਅਦ ਫਿਰ ਸੈਕੰਡ ਸਟੈਪ ਆਉਂਦਾ ਹੈ ਕਿ ਅਸੀਂ ਦੇਖੀਏ ਕਿ ਐਂਡ ਕੀ ਹੋਏਗਾ, ਨਤੀਜਾ ਕੀ ਨਿਕਲੇਗਾ। ਜਿਹੜੀ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਇਹਦਾ ਨਤੀਜਾ ਕੀ ਨਿਕਲੇਗਾ। ਪਹਿਲਾਂ ਨਤੀਜੇ ਤੇ ਵੀ ਧਿਆਨ ਰੱਖੋ ਕਿ ਨਤੀਜਾ ਇਹ ਹੋਣਾ ਚਾਹੀਦਾ ਗੁੱਡ ਫੀਲਿੰਗਸ, ਐਂਡ ਨਤੀਜਾ ਇਹ ਹੋਣਾ ਚਾਹੀਦਾ ਹੈ ਕਿ ਇਹ ਨਹੀਂ ਹੈ ਸਾਡੀ ਈਗੋ ਸੈਟਿਸਫਾਈ ਹੋ ਜੇ। ਨਤੀਜਾ ਇਹ ਹੋਣਾ ਚਾਹੀਦਾ ਹੈ ਕਿ ਸਾਡਾ ਪੇਸ਼ੈਂਟ ਕੁਝ ਹੱਦ ਤੱਕ ਇਹ ਮਹਿਸੂਸ ਕਰ ਲੇ ਕਿ ਵਾਕਈ ਜਿਹੜਾ ਕੱਲ੍ਹ ਦਾ ਐਕਟ ਕੀਤਾ ਇਹ ਮੈਂ ਕੋਈ ਅੱਛਾ ਐਕਟ ਨਹੀਂ ਕੀਤਾ ਤੇ ਮੇਰੇ ਵਾਸਤੇ ਇਹ ਮੇਰਾ ਹਾਲਾਤ ਖਰਾਬ ਦੀ ਨਿਸ਼ਾਨੀ ਹੈ ਤੇ ਮੈਂ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੋ ਰਿਹਾ ਕਿ ਮੈਂ ਬਿਮਾਰ ਹਾਂ। ਐਂਡ ਇਹ ਹੋਣਾ ਚਾਹੀਦਾ ਵਿਦ ਐਂਡ ਇਨ ਮਾਈਂਡ, ਐਂਡ ਇਨ ਮਾਈਂਡ ਰੱਖ ਕੇ ਕਰਨਾ। ਅਕਸਰ ਤੌਰ ਤੇ ਕੀ ਹੁੰਦਾ ਕਿ ਜਦੋਂ ਅਸੀਂ ਇਸ ਤਰ੍ਹਾਂ ਦੀ ਗੱਲ ਸ਼ੁਰੂ ਕਰਦੇ ਹਾਂ ਅਸੀਂ ਜਿੱਤਣ ਹਾਰਨ ਵਾਲੀ ਸਿਚੁਏਸ਼ਨ ਆ ਜਾਂਦੀ ਹੈ, ਅਸੀਂ ਆਰਗੂਮੈਂਟ 'ਚ ਆ ਜਾਂਦੇ ਹਾਂ। ਅਸੀਂ ਭਾਵੇਂ ਆਰਗੂਮੈਂਟ ਜਿੱਤ ਲਈਏ ਪਰ ਸਾਡੀ ਉਹ ਜਿਹੜਾ ਮੁਹਿੰਮ ਹੈ, ਸਾਡਾ ਮਕਸਦ ਖਰਾਬ ਹੋ ਗਿਆ। ਹੁਣ ਜਿਸ ਮਕਸਦ ਵਾਸਤੇ ਤੁਸੀਂ ਗੱਲਬਾਤ ਕਰਨੀ ਸ਼ੁਰੂ ਕੀਤੀ ਉਹ ਮਕਸਦ ਜ਼ਰੂਰ ਯਾਦ ਰਹਿਣਾ ਚਾਹੀਦਾ। ਜੇ ਤੁਹਾਨੂੰ ਆਪਣਾ ਮਕਸਦ ਪਤਾ ਹੋਏਗਾ ਨਾ ਫਿਰ ਤੁਹਾਨੂੰ ਐਂਡ ਵੀ ਪਤਾ ਹੋਏਗਾ ਕਿ ਮੈਂ ਐਂਡ ਕਿਹੜੀ ਸਟੇਜ ਤੇ ਐਂਡ ਕਰਨੀ ਹੈ ਐਂਡ ਇਹਦਾ ਮੈਨੂੰ ਅਲਟੀਮੇਟਲੀ ਰਿਜ਼ਲਟ ਕੀ ਚਾਹੀਦਾ। ਹੋ ਸਕਦਾ ਤੁਹਾਡਾ ਪੇਸ਼ੈਂਟ ਉਸ ਵੇਲੇ ਕਹੇ ਮੈਨੂੰ ਨਹੀਂ ਪਤਾ ਲੱਗਦਾ, ਪਰ ਤੁਹਾਡਾ ਐਂਡ ਫਿਰ ਵੀ ਠੀਕ ਹੋ ਗਿਆ ਕਿਉਂਕਿ ਤੁਸੀਂ ਆਪਣੀ ਗੱਲ ਕੰਪਲੀਟ ਕਰ ਲਈ। ਸੋ ਯੂ ਹੈਵ ਅਨਦਰ ਚਾਂਸ ਕਿ 2 ਘੰਟੇ ਬਾਅਦ ਫਿਰ ਇੱਕ ਵਾਰੀ ਕਰ ਲਾਂਗੇ, ਜਾਂ ਸ਼ਾਮ ਨੂੰ ਇੱਕ ਵਾਰੀ ਫਿਰ ਕਰ ਲਾਂਗੇ, ਜਾਂ ਕੱਲ ਸਵੇਰੇ ਫਿਰ ਇੱਕ ਵਾਰੀ ਕਰ ਲਾਂਗੇ। ਸੋ ਯੂ ਆਰ ਇਨ ਦਾ ਪ੍ਰੋਸੈਸ। ਫਿਰ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਕੀ ਕਰਨੀ ਹੈ, ਸਭ ਤੋਂ ਪਹਿਲੀ ਗੱਲ ਕੀ ਕਰਨੀ ਹੈ, ਦੂਸਰੀ ਗੱਲ ਕੀ ਕਰਨੀ ਹੈ, ਤੀਸਰੀ ਗੱਲ ਕੀ ਕਰਨੀ ਹੈ, ਇਹ ਬਿਲਕੁਲ ਜਿਹੜਾ ਹੈ ਨਾ ਪਲਾਨ ਹੋਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਹੋਣੀ ਚਾਹੀਦੀ ਹੈ ਮੈਂ ਹੈਵ ਦਾ ਪਰਮਿਸ਼ਨ ਟੂ ਟਾਕ ਟੂ ਯੂ ਸਮਥਿੰਗ, ਮੈਂ ਥੋੜੀ ਕੋਈ ਜ਼ਰੂਰੀ ਗੱਲ ਕਰਨੀ ਸੀ, ਆਪਾਂ 5-10 ਮਿੰਟ ਬੈਠ ਕੇ ਗੱਲ ਕਰ ਸਕਦੇ ਹਾਂ। ਦੈਨ ਸਟਾਰਟ ਦਾ ਟਾਕ। ਸੈਕਿੰਡ, ਆਈ ਹੋਪ ਯੂ ਵਿਲ ਨਾਟ ਮਾਈਂਡ ਇਟ ਬਿਕੋਜ਼ ਮੇਰੀ ਰਾਤ ਕੱਲ ਦੀ ਬੜੀ ਔਖੀ ਲੰਘੀ, ਸੋ ਮੈਂ ਚਾਹੁੰਦਾ ਕਿ ਇਸ ਮਸਲੇ ਤੇ ਮੈਂ ਥੋੜੀ ਜਿਹੀ ਗੱਲ ਕਰ ਲਾਂ। ਮੈਨੂੰ ਅੱਛਾ ਨਹੀਂ ਲੱਗਾ ਜੋ ਕੱਲ ਹਾਲਾਤ ਹੋਏ, ਜੋ ਕੱਲ ਸਾਰਾ ਕੁਝ ਮੈਸ ਹੋਇਆ, ਇਹ ਮੇਰੇ ਵਾਸਤੇ ਕਾਫੀ ਔਖਾ ਸੀ ਇਹਨੂੰ ਦੇਖਣਾ, ਤੇ ਮੇਰੀ ਜ਼ਿੰਦਗੀ ਦਾ ਇੱਕ ਗਮਗੀਨ ਡੇ ਸੀਗਾ, ਜਾਂ ਮੇਰੀ ਜ਼ਿੰਦਗੀ ਦਾ ਇੱਕ ਪੇਨਫੁਲ ਮੂਮੈਂਟ ਸੀਗਾ। ਇਹ ਉਸ ਤੋਂ ਬਾਅਦ ਫਿਰ ਕਹਿਣਾ
ਫਿਰ ਉਸ ਤੋਂ ਬਾਅਦ ਇਹ ਕਹਿਣਾ ਹੈ ਕਿ ਆਈ ਹੋਪ ਕਿ ਤੁਸੀਂ ਇਸ ਤਰ੍ਹਾਂ ਅੱਗੇ ਤੋਂ ਨਹੀਂ ਕਰੋਗੇ। ਫਿਰ ਇਸ ਤੋਂ ਅੱਗੇ ਕਹਿਣਾ ਹੈ ਕਿ ਮੇਰਾ ਤੇ ਤੁਹਾਡਾ ਇੱਕ ਰਿਸ਼ਤਾ ਹੈ, ਜਿਸ ਰਿਸ਼ਤੇ ਨੂੰ ਯਾਦ ਕਰਾਉਣਾ ਹੈ। ਇਹ ਜ਼ਰੂਰ ਕਰਾਉਣਾ ਕਿ ਮੈਂ ਤੁਹਾਡੀ ਵਾਈਫ ਹਾਂ, ਮੈਂ ਤੁਹਾਡੀ ਮਦਰ ਹਾਂ, ਮੈਂ ਤੁਹਾਡੀ ਸਿਸਟਰ ਹਾਂ, ਮੈਂ ਜਾਂ ਕੋਈ ਵੀ ਰਿਸ਼ਤਾ ਤੁਹਾਡੇ ਨਾਲ ਰੱਖਦੀ ਹਾਂ, ਇਸ ਕਰਕੇ ਇਹ ਪਲੇਟਫਾਰਮ ਸਾਡਾ ਯੂਜ਼ਫੁਲ। ਫਿਰ ਚੌਥੀ ਗੱਲ ਇਹ ਕਹਿਣੀ ਹੈ ਕਿ ਇਸ ਇੱਕ ਚੀਜ਼ ਤੋਂ ਇਲਾਵਾ ਬਾਕੀ ਤੁਹਾਡੇ 'ਚ ਸਾਰੀਆਂ ਸਿਫਤਾਂ ਹੈਗੀਆਂ। ਹਾਂ, ਇੱਕੋ ਹੀ ਮਸਲਾ ਹੈਗਾ ਜਿਹਦੇ ਬਾਰੇ ਆਪਾਂ ਗੱਲ ਕਰਨੀ ਹੈ, ਬਾਕੀ ਤੁਹਾਡੇ 'ਚ ਕੋਈ ਖਲਾ ਨਹੀਂ ਹੈਗੀ। ਤੁਹਾਡੀ ਪਰਸਨੈਲਿਟੀ ਬਹੁਤ ਵਧੀਆ, ਸਭ ਕੁਝ ਤੁਹਾਡਾ ਮੈਨੂੰ ਬਹੁਤ ਪਸੰਦ ਹੈ। ਆਈ ਐਮ ਆਲਵੇਜ਼ ਵਿਦ ਯੂ ਐਂਡ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡਾ ਸਾਥ ਕਦੀ ਨਹੀਂ ਛੱਡਾਂਗੀ। ਆਈ ਹੋਪ you will understand this love and affection and bond with me। ਇੱਕ ਇਹ ਸਾਰੀਆਂ ਪ੍ਰਾਇੋਰਟੀ ਵਾਈਜ਼ ਚੀਜ਼ਾਂ ਕਰਨੀਆਂ। ਐਂਡ ਪ੍ਰਾਇੋਰਟੀ ਵਾਈਜ਼ ਚੀਜ਼ ਸਭ ਤੋਂ ਪਹਿਲਾਂ ਇਹ ਕਰਨੀ ਹੈ ਕਿ ਉਸ ਵੇਲੇ ਗੱਲ ਨਹੀਂ ਕਰਨੀ ਜਦੋਂ ਸਾਡਾ ਪੇਸ਼ੈਂਟ ਇੰਟੌਕਸੀਕੇਸ਼ਨ 'ਚ ਹੋਏ। ਉਸ ਵੇਲੇ ਗੱਲ ਨਹੀਂ ਕਰਨੀ ਜਦੋਂ ਸਾਡਾ ਪੇਸ਼ੈਂਟ ਇੰਟੌਕਸੀਕੇਸ਼ਨ 'ਚ ਹੋਏ। ਉਸ ਵੇਲੇ ਗੱਲ ਨਹੀਂ ਕਰਨੀ ਜਦੋਂ ਤਾਜ਼ਾ ਕੋਈ ਨੁਕਸਾਨ ਹੋਇਆ ਹੋਏ। ਉਸ ਵੇਲੇ ਗੱਲ ਨਹੀਂ ਕਰਨੀ ਜਦੋਂ ਸਾਡਾ ਪੇਸ਼ੈਂਟ ਬਹੁਤ ਭੱਖਿਆ ਹੋਏ, ਅੱਗੇ ਹੀ ਭੱਖਿਆ ਹੋਏ। ਐਂਡ ਜਦੋਂ ਸਾਡਾ ਪੇਸ਼ੈਂਟ ਬਹੁਤ ਵਾਇਲੈਂਟ ਜਾਂ ਆਪੇ ਤੋਂ ਬਾਹਰ ਹੋਏ, ਉਸ ਵੇਲੇ ਇਹ ਗੱਲ ਨਹੀਂ ਕਰਨੀ। ਇਸ ਗੱਲ ਨੂੰ ਕਰਨ ਵਾਸਤੇ ਤੁਹਾਨੂੰ ਵੇਟ ਫॉर द ਰਾਈਟ ਟਾਈਮ ਆਏਗਾ ਤਾਂ ਇਹ ਗੱਲ ਕਰਨੀ ਹੈ। ਐਂਡ ਸਭ ਤੋਂ ਪਹਿਲਾ ਕੰਮ ਤੁਸੀਂ ਇਹ ਕਰਨਾ, ਆਪਣੇ ਆਪ ਨੂੰ ਠੰਡਾ ਰੱਖਣਾ। ਐਂਡ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸੇ ਵੀ ਸਟੇਜ 'ਤੇ ਇਹ ਸਾਰੀ ਗੱਲਬਾਤ ਦੇ ਵਿੱਚ ਮੈਂ ਨਹੀਂ ਤਪਣਾ। ਠੀਕ ਹੈ। ਸੋ ਜੇ ਤੁਸੀਂ ਇਹ ਚੀਜ਼ ਸਿੱਖ ਲਓਗੇ, ਤੁਹਾਨੂੰ ਹੌਲੀ ਹੌਲੀ ਰਿਜ਼ਲਟਸ ਮਿਲਣੇ ਸ਼ੁਰੂ ਹੋ ਜਾਣਗੇ। ਪਰ ਜਿਹੜਾ ਮਾਸਟਰ ਮਾਈਂਡ ਨੂੰ ਆਪਾਂ ਬਣਾ ਕੇ ਰੱਖਣਾ ਹੈ ਨਾ, ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਮਤਲਬ ਮੈਂ ਤੁਹਾਨੂੰ ਇਹ ਬੇਸਿਕ ਜਾਂ ਤਾਂ ਨੌਲੇਜ ਦੱਸ ਰਿਹਾ, ਬਾਕੀ ਹੋਰ ਬਹੁਤ ਸਾਰੀਆਂ ਗੱਲਾਂ ਹੈ, ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅਸੀਂ ਕਰਨਾ ਕੀ ਹੈ, ਸਾਡਾ ਮੋਟਿਵ ਇੱਥੇ ਰਹਿ ਕੇ ਕੀ ਹੈ ਕਿ ਆਪਣੇ ਮਾਸਟਰ ਮਾਈਂਡ ਨੂੰ ਜਿਤਾਈਏ ਅਤੇ ਆਪਣੇ ਬ੍ਰੇਨ ਨੂੰ ਉਹਦੇ ਪਿੱਛੇ ਲਗਾਈਏ। ਬ੍ਰੇਨ ਦਾ ਵੀ ਧਿਆਨ ਰੱਖਾਂਗੇ, ਹੈ ਸਾਡਾ ਹੀ ਬ੍ਰੇਨ ਹੈ, ਉਹ ਵੀ ਬੜੇ ਇੰਪੋਰਟੈਂਟ ਕੰਮ ਸਾਡੇ ਵਾਸਤੇ ਕਰ ਰਿਹਾ, ਪਰ ਉਹਨੂੰ ਲੀਡ ਨਹੀਂ ਕਰਨਾ ਚਾਹੀਦਾ। ਹੀ ਇਜ਼ ਨਾਟ ਏ ਲੀਡਰ, ਦ ਲੀਡਰ ਹੈਜ਼ ਟੂ ਬੀ ਮਾਸਟਰ ਮਾਈਂਡ। ਹਾਂ, ਉਹਦੇ 'ਚ ਤਾਕਤਾਂ ਬੜੀਆਂ, ਉਹ ਸਭ ਕੁਝ ਸਾਡੇ ਵਾਸਤੇ ਕਰ ਸਕਦਾ, ਬੜਾ ਕੁਝ ਕਰ ਸਕਦਾ, ਪਰ ਜੇ ਅਸੀਂ ਉਹਨੂੰ ਟੇਮ ਕਰ ਲਈਏ ਤੇ ਮਾਸਟਰ ਮਾਈਂਡ ਉਹਨੂੰ ਆਪਣੀ ਗੱਲ ਬਣਾ ਸਕੇ। ਹੁਣ ਜਿਹੜੀ ਮੈਂ ਤੁਹਾਨੂੰ ਟੈਕਨੀਕ ਸਿਖਾ ਰਹੇ ਹਾਂ, ਇਹ ਸਾਰੀ ਜੇ ਮਾਸਟਰ ਮਾਈਂਡ ਨੂੰ ਆ ਜੇ ਤੇ ਉਹ ਆਪਣੇ ਪੇਸ਼ੈਂਟ ਨੂੰ ਵੀ ਕਰ ਸਕੇ ਤੇ ਆਪਣੇ ਆਪ ਨੂੰ ਵੀ ਸੈਟਿਸਫਾਈ ਕਰ ਸਕੇ ਐਂਡ ਆਪਣੇ ਆਪ ਨੂੰ ਕਾਮ ਡਾਊਨ ਕਰ ਸਕੇ, ਆਪਣੇ ਆਪ ਨੂੰ ਪ੍ਰਿਪੇਅਰ ਕਰ ਸਕੇ ਕਿ ਕਮਿਊਨੀਕੇਸ਼ਨ ਦਾ ਮੈਂ ਲੈਵਲ ਇਸ ਤਰ੍ਹਾਂ ਦਾ ਰੱਖਣਾ ਹੈ ਜਿਹਦੇ ਵਿੱਚ ਕੋਈ ਅਬਿਊਜ਼, ਕੋਈ ਵਲਗਰ ਵਰਡ, ਕੋਈ ਆਸ-ਪਾਸ ਦੀ ਪਿੱਛੇ ਵਾਲੀ ਕੋਈ ਗੱਲ, ਕੋਈ ਅੱਗੇ ਫਿਊਚਰਿਸਟਿਕ ਇਹੋ ਜਿਹੀ ਕੋਈ ਨਹੀਂ ਕਰਨੀ, ਤੇਰਾ ਕੁਛ ਨਹੀਂ ਬਣਨਾ, ਕੋਈ ਫਿਊਚਰਿਸਟਿਕ ਪ੍ਰੈਡਿਕਸ਼ਨਸ ਨਹੀਂ ਕਰਨੀਆਂ। ਓਨਲੀ ਟੂ ਦਾ ਪੁਆਇੰਟ ਉਹੀ ਗੱਲ ਕਰਨੀ ਹੈ ਜਿਹੜਾ ਕਿ ਮਸਲਾ ਕੱਲ੍ਹ ਜਾਂ ਪਰਸੋਂ ਹੋਇਆ ਜਾਂ ਪਿਛਲੇ 1 ਵੀਕ 'ਚ ਹੋਇਆ, ਜਿਹਦੇ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਐਂਡ ਅਲਟੀਮੇਟਲੀ ਜਦੋਂ ਪੇਸ਼ੈਂਟ ਤੁਹਾਡੀ ਇੰਨੀ ਗੱਲ ਸੁਣੇਗਾ ਨਾ, ਉਸ ਤੋਂ ਬਾਅਦ ਫਿਰ ਤੁਸੀਂ ਕਿਸੇ ਪੁਆਇੰਟ 'ਤੇ ਕਹਿ ਸਕੋਗੇ ਕਿ ਬੇਟਾ ਮੈਨੂੰ ਲੱਗਦਾ ਕਿ ਮਸਲਾ ਕਾਫੀ ਖਰਾਬ ਹੋਇਆ, ਹਾਲਾਤ ਕਾਫੀ ਖਰਾਬ ਹੈ, ਤੇ ਫਿਰ ਉਹ ਵੀ ਤੁਹਾਡੇ ਨਾਲ ਮੰਨ ਜਾਏਗਾ ਵੀ ਹਾਲਾਤ ਵਾਕਈ ਖਰਾਬ ਹੈ। ਜਦੋਂ ਇਹ ਕਹਿ ਦੇਗਾ ਨਾ ਕਿ ਹਾਲਾਤ ਵਾਕਈ ਖਰਾਬ ਹੈ, ਤੇ ਫਿਰ ਆਪਾਂ ਉਹਨੂੰ ਸਿਰਫ ਇੱਕ ਕੰਮ ਵਾਸਤੇ ਕਹਿਣਾ ਕਿ ਚਲੋ ਇਲਾਜ ਕਰਾ ਲਈਏ। ਫਿਰ ਹਰ ਵੇਲੇ ਸਾਡਾ ਵਿਦ ਐਂਡ ਇਨ ਮਾਈਂਡ ਕੀ ਹੋਣਾ ਚਾਹੀਦਾ? ਇਲਾਜ। ਸਾਡਾ ਵਿਦ ਐਂਡ ਇਨ ਮਾਈਂਡ ਇਹ ਨਹੀਂ ਹੋਣਾ ਚਾਹੀਦਾ ਕਿ ਨਸ਼ਾ ਛੱਡ ਦੇ, ਕਿਉਂਕਿ ਉਹ ਛੱਡ ਨਹੀਂ ਸਕਦਾ। ਤੁਸੀਂ ਪੇਸ਼ੈਂਟ ਨੂੰ ਉਹ ਗੱਲ ਕਦੀ ਨਹੀਂ ਕਹਿਣੀ ਜਿਹੜੀ ਉਹ ਨਹੀਂ ਕਰ ਸਕਦਾ। ਜੇ ਤੁਸੀਂ ਪੇਸ਼ੈਂਟ ਨੂੰ ਉਹ ਗੱਲ ਕਹਿਤੀ ਜਿਹੜੀ ਉਹ ਨਹੀਂ ਕਰ ਸਕਦਾ, ਫਿਰ ਇਹ ਤੁਹਾਡਾ ਸਾਰਾ ਦਾ ਸਾਰਾ ਸੈਬੋਟਾਜ ਹੋ ਗਿਆ। ਤੁਸੀਂ ਪੇਸ਼ੈਂਟ ਨੂੰ ਸਿਰਫ ਇੱਕੋ ਗੱਲ ਵਾਸਤੇ ਕਹਿਣਾ ਹੈ ਕਿ ਆਪਾਂ ਇਲਾਜ ਵਾਸਤੇ ਚੱਲੀਏ। ਹਰ ਪੁਆਇੰਟ 'ਤੇ ਕਦੀ ਵੀ ਕੋਈ ਚੀਜ਼ ਸੈਬੋਟਾਜ ਹੋਏਗੀ ਨਾ, ਤੁਸੀਂ ਪੇਸ਼ੈਂਟ ਨੂੰ ਇੱਕੋ ਚੀਜ਼ ਕਹਿਣੀ ਹੈ, ਲੈਟਸ ਗੋ ਫॉर द ਟਰੀਟਮੈਂਟ, ਆਈ ਐਮ ਦੇਅਰ ਵਿਦ ਯੂ ਇਨ ਦ ਟਰੀਟਮੈਂਟ। ਮੈਂ ਤੇਰੀ ਬਾਕੀ ਸਾਰੀਆਂ ਜਗ੍ਹਾ 'ਤੇ ਮਦਦ ਨਹੀਂ ਕਰ ਸਕਾਂਗਾ, ਦ ਓਨਲੀ ਥਿੰਗ ਆਈ ਕੈਨ ਸਪੋਰਟ ਯੂ ਇਜ਼ ਇਨ ਟਰੀਟਮੈਂਟ। ਤੇ ਚਲੋ ਟਰੀਟਮੈਂਟ ਵਾਸਤੇ ਚਲੀਏ। ਹਰ ਵਿਦ ਦਾ ਐਂਡ ਇਨ ਮਾਈਂਡ ਇਹ ਹੋਇਆ ਕਿ ਟਰੀਟਮੈਂਟ ਤੁਹਾਡੇ ਵਾਸ 'ਚ, ਪੇਸ਼ੈਂਟ ਦੇ ਵਾਸ 'ਚ ਸਿਰਫ ਟਰੀਟਮੈਂਟ ਹੈ। ਨਸ਼ਾ ਛੱਡਣਾ ਨਾ ਤੁਹਾਡੇ ਵਾਸ 'ਚ ਹੈ, ਨਾ ਪੇਸ਼ੈਂਟ ਦੇ ਵਾਸ 'ਚ ਹੈ। ਸੋ ਪੇਸ਼ੈਂਟ ਨੂੰ ਕਦੀ ਉਹ ਗੱਲ ਨਾ ਕਹੋ ਜਿਹੜੀ ਉਹ ਨਹੀਂ ਕਰ ਸਕਦਾ। ਆਪਣੀ ਵਿਲ ਪਾਵਰ ਕਰ, ਆਪਣਾ ਮਨ ਪੱਕਾ ਕਰ, ਹੁਣ ਤੂੰ ਨਸ਼ਾ ਰਹਿਤ ਹੋ ਜਾ, ਨਸ਼ੇ ਬਹੁਤ ਮਾੜੇ ਹੈ। ਇਹ ਸਭ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ। ਦੇ ਆਰ ਆਲ ਫੇਲੀਅਰਸ।
and we have been doing for last 15-20 years, nothing happens to that. ਜਿੰਨੀ ਤੁਸੀਂ ਗੱਲ ਕਰ ਰਹੇ ਹੋ ਸਾਡੇ ਪੇਸ਼ੈਂਟ ਨੂੰ ਉਸ ਤੋਂ ਜ਼ਿਆਦਾ ਇਸ ਬਾਰੇ ਪਤਾ ਹੈਗਾ। ਸੋ ਇਹ ਇੱਕ ਮਸਲਾ ਸੀ। ਪਿੱਛੇ ਹਾਂਜੀ ਟੱਚ ਕਰਨਾ। ਹਾਂਜੀ ਹਾਂਜੀ ਮੈਨੂੰ ਅੱਜ ਇੱਕ ਸਵੇਰੇ ਪੇਸ਼ੈਂਟ ਨੇ ਬੜੀ ਵਧੀਆ ਗੱਲ ਪੁੱਛੀ। ਮੇਰੇ ਇੱਕ ਪੇਸ਼ੈਂਟ ਨੇ ਮਾਰਨਿੰਗ ਮੀਟਿੰਗ ਦੇ ਵਿੱਚ ਬਹੁਤ ਵਧੀਆ ਗੱਲ ਪੁੱਛੀ ਕਿ ਜਿਹੜਾ ਸਰ ਤੁਸੀਂ ਸਾਰਾ ਦਿਨ ਕਹਿੰਦੇ ਰਹਿੰਦੇ ਹੋ ਐਸੀਟਲਡੀਹਾਈਡ, ਐਸੀਟਿਕ ਐਸਿਡ, ਇਹ ਅਸਲੀ ਗੱਲ ਹੈ ਕਿ ਇਹ ਗੱਲਾਂ ਹਵਾ 'ਚ ਹੀ ਗੱਲਾਂ ਹੈਗੀਆਂ? ਇੰਨੀ ਅੱਛੀ ਗੱਲ ਪੁੱਛੀ। ਸੋ ਮੈਂ ਫਿਰ ਸਾਰਾ ਆਪਣੀ ਮੀਟਿੰਗ ਛੱਡ ਕੇ ਮੈਂ ਉਹਦੀ ਗੱਲ ਨੂੰ ਸਮਝਣਾ ਸ਼ੁਰੂ ਕੀਤਾ। ਮੈਂ ਕਿਹਾ ਮੈਨੂੰ ਇੰਨੀ ਅੱਛੀ ਗੱਲ ਲੱਗੀ ਹੈ, ਇਹ ਇੰਨੀ ਥੈਰਾਪਿਊਟਿਕ ਟਾਕ ਹੈ, ਜੇ ਤੁਸੀਂ ਮੈਨੂੰ ਇਹ ਕੁਐਸਚਨ ਪੁੱਛੋ ਮੈਨੂੰ ਬਹੁਤ ਅੱਛਾ ਲੱਗੇਗਾ ਕਿ ਡੈਫੀਨੇਟਲੀ ਤੁਸੀਂ ਠੀਕ ਹੋਣਾ ਚਾਹੁੰਦੇ ਹੋ। ਫਿਰ ਮੈਂ ਉਹਦੀ ਜਿਹੜੀ ਗੱਲ ਪੁੱਛੀ ਉਹਦੇ ਵਾਸਤੇ ਉਹਨੂੰ ਜੋ ਐਕਸਪਲੇਨ ਕੀਤਾ ਸਵੇਰੇ, ਉਹਨੂੰ ਮੈਂ ਇਹ ਤੁਹਾਨੂੰ ਦਿਖਾ ਰਿਹਾ ਕਿ ਕੀ ਐਕਸਪਲੇਨ ਕੀਤਾ। ਮੈਂ ਉਹਨੂੰ ਸਮਝਾਇਆ ਕਿ ਜਦੋਂ ਅਲਕੋਹਲ ਹੁੰਦੀ ਹੈ ਨਾ, ਅਲਕੋਹਲ ਜਦੋਂ ਅੰਦਰ ਜਾਂਦੀ ਹੈ, ਸਾਡੀ ਬਾਡੀ ਦੇ ਵਿੱਚ ਜਾਂਦੀ ਹੈ, ਤਾਂ ਉਹ ਐਸੀਟਲਡੀਹਾਈਡ ਬਣ ਜਾਂਦੀ ਹੈ। ਜਿਹੜੀ ਐਸੀਟਲਡੀਹਾਈਡ ਆ ਉਹ ਬ੍ਰੇਕ ਕਰਕੇ ਫਿਰ ਐਸੀਟਿਕ ਐਸਿਡ ਬਣ ਜਾਂਦੀ ਹੈ। ਫਿਰ ਐਸੀਟਿਕ ਐਸਿਡ ਜਦੋਂ ਬ੍ਰੇਕ ਹੁੰਦੀ ਹੈ, ਆਕਸੀਜਨ ਤੇ ਕਾਰਬਨ ਡਾਈਆਕਸਾਈਡ ਬਣ ਜਾਂਦੀ ਹੈ। ਤੇ ਜਿਹੜੀ ਆਕਸੀਜਨ ਹੈ ਉਹ ਸਾਡੇ ਬਾਹਰ ਆ ਜਾਂਦੀ ਹੈ, ਤੇ ਜਿਹੜੀ ਵਾਟਰ ਹੈ ਉਹ ਸਾਡੇ ਯੂਰਿਨ ਦੇ ਰਾਹੀਂ ਬਾਹਰ ਆ ਜਾਂਦਾ। ਸੋ ਇਹ ਜਿਹੜਾ ਪ੍ਰੋਸੈਸ ਹੈ ਐਸੀਟਲਡੀਹਾਈਡ ਦਾ, ਇੱਕ ਸੈਕਿੰਡ ਦੇ ਕੁਝ ਹਿੱਸਿਆਂ ਦੇ ਵਿੱਚ 300 ਦੇ ਕੋਲ ਹਿੱਸੇ ਹੁੰਦਾ ਹੈ, 1 ਸੈਕਿੰਡ ਦੇ 300 ਪਾਰਟ ਦੇ ਵਿੱਚ ਇਹ ਬਾਡੀ ਦੇ ਵਿੱਚੋਂ ਨਿਕਲ ਜਾਣਾ ਚਾਹੀਦਾ ਹੈ। ਬਟ ਸਾਡੇ ਪੇਸ਼ੈਂਟਸ ਦੇ ਵਿੱਚ ਕਿਉਂਕਿ ਮੈਟਾਬੋਲਿਜ਼ਮ ਖਰਾਬ ਹੋ ਜਾਂਦਾ ਹੈ, ਇਸ ਕਰਕੇ ਇਹ ਬਾਡੀ ਦੇ ਵਿੱਚ ਬੈਠ ਜਾਂਦਾ, ਜਿਸ ਕਰਕੇ ਇਹ ਫਿਰ ਸਭ ਤੋਂ ਟੌਕਸਿਕ ਚੀਜ਼ ਹੈ। ਇਟ ਇਜ਼ ਅ ਮੋਸਟ ਟੌਕਸਿਕ ਚੀਜ਼ ਜਿਹੜੀ ਪਾਈ ਗਈ ਹੈ, ਮਤਲਬ ਜ਼ਹਿਰੀਲਾ ਮਾਦਾ, ਈਵਨ ਮੋਰ ਟੌਕਸਿਕ ਦੈਨ ਐਸਿਡ। ਦੇਖੋ ਜਿਹੜਾ ਲਿਖਿਆ ਨਾ ਐਸੀਟਿਕ ਐਸਿਡ, ਇਹ ਲਿਖਿਆ ਲੈਸ ਟੌਕਸਿਕ, ਮੋਸਟ ਟੌਕਸਿਕ ਇਜ਼ ਐਲਡੀਹਾਈਡ। ਤਾਂ ਸਾਨੂੰ ਬਿਮਾਰੀ ਅਲਕੋਹਲ ਦੀ ਨਹੀਂ ਹੈ, ਸਾਨੂੰ ਬਿਮਾਰੀ ਐਲਡੀਹਾਈਡ ਦੀ ਹੈ। ਐਂਡ ਜਿਨ੍ਹਾਂ ਦਾ ਮੈਟਾਬੋਲਿਜ਼ਮ ਖਰਾਬ ਹੁੰਦਾ ਹੈ ਉਹਨਾਂ ਦੇ ਵਿੱਚ ਇਹ ਐਲਡੀਹਾਈਡ 24 ਘੰਟੇ, 48 ਘੰਟੇ, 72 ਘੰਟੇ, 96 ਘੰਟੇ ਪਈ ਰਹਿੰਦੀ ਹੈ। ਪਰ ਜਿਨ੍ਹਾਂ ਦਾ ਮੈਟਾਬੋਲਿਜ਼ਮ ਠੀਕ ਹੁੰਦਾ ਹੈ ਉਹਨਾਂ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਚੀਜ਼ ਜਿਹੜੀ ਹੈ ਮੈਟਾਬਲਾਈਜ਼ ਹੋ ਕੇ ਬਾਹਰ ਨਿਕਲ ਜਾਂਦੀ ਹੈ। ਐਂਡ ਵਾਟਰ ਐਂਡ ਕਾਰਬਨ ਡਾਈਆਕਸਾਈਡ ਨਿਕਲ ਜਾਂਦੀ ਹੈ। ਬੰਦਾ ਬਾਥਰੂਮ ਜਾਂਦਾ ਹੈ, ਨਿਕਲ ਗਈ ਉਹਦੀ ਬ੍ਰੈਥ ਦੇ ਵਿੱਚੋਂ ਇਹ ਸਾਰੀ ਬਾਹਰ ਨਿਕਲ ਜਾਂਦੀ ਹੈ। ਹੁਣ ਇਹਦੇ ਪਿੱਛੇ ਇੱਕ ਕੀ ਮੈਕੈਨਿਜ਼ਮ ਹੈ ਕਿ ਇਹ ਜਿਹੜਾ ਮੈਕੈਨਿਜ਼ਮ ਹੈ ਨਾ, ਇਹ ਫਾਸਟ ਹੋ ਜਾਂਦਾ ਹੈ। ਇਹ ਜਿਹੜੀ ਕਨਵਰਸ਼ਨ ਹੈ ਨਾ, ਇਹ ਫਾਸਟ ਹੋ ਜਾਂਦੀ ਹੈ। ਤੇ ਇਹ ਜਿਹੜੀ ਕਨਵਰਜਨ ਹੈ ਅੱਛਾ ਜੀ, ਇਹ ਸਲੋ ਹੋ ਗਈ, ਇਹ ਫਾਸਟ ਹੋ ਗਿਆ। ਐਸੀਟਲਡੀਹਾਈਡ ਫਾਸਟ ਬਣ ਗਿਆ, ਐਸੀਟਲਡੀਹਾਈਡ ਤੋਂ ਐਸੀਟਿਕ ਐਸਿਡ ਜਿਹੜਾ ਉਹ ਸਲੋ ਹੋ ਗਿਆ। ਤਾਂ ਉਹਦੇ ਨਾਲ ਕੀ ਹੋਏਗਾ? ਫਿਰ ਇੱਕ ਚੀਜ਼ ਫਾਸਟ ਹੋ ਗਈ, ਇੱਕ ਪ੍ਰੋਸੈਸ ਸਲੋ ਹੋ ਗਿਆ। ਉਹਦੇ ਨਾਲ ਕੀ ਹੋਏਗਾ ਕਿ ਬਾਡੀ ਦੇ ਵਿੱਚ ਐਲਡੀਹਾਈਡ ਪਿਆ ਰਹੇਗਾ, ਵਿਚ ਇਜ਼ ਦਾ ਮੋਸਟ ਟੌਕਸਿਕ, ਜਿਹਦੇ ਕਰਕੇ ਹੈਂਗਓਵਰ, ਨੌਜ਼ੀਆ, organ damage, liver damage, cirrhotic liver, brain damage, all sorts of problems, epileptic, neurons ਦਾ ਡੈਡ ਹੋਣਾ, ਯਾਦਾਸ਼ਤ ਦਾ ਜਾਣਾ, ਸਭ ਕੁਝ, ਇਰੀਟੇਬਿਲਿਟੀ, ਖਾਸ ਕਰਕੇ ਚਿੜਚਿੜਾਪਨ, ਗੁੱਸਾ, ਸ਼ਾਰਟ ਟੈਂਪਰਡ, ਮਾਰਕੁੱਟ, ਜਿੰਨੀ ਵਾਇਲੈਂਸ ਹੈ, ਇਹ ਸਾਰੀ ਦੀ ਸਾਰੀ ਵਾਇਲੈਂਸ, ਅਗਰੈਸ਼ਨ, ਹਰ ਕੋਈ ਚੀਜ਼ ਦੇ ਨਾਲ ਲੜਨ ਮਰਨ ਦੀ ਕੈਫੀਅਤ ਪੈਦਾ ਹੋ ਜਾਣੀ।
ਇਹ ਸਾਰੀ ਦੀ ਸਾਰੀ ਐਲਡੀਹਾਈਡ ਦੀ ਨਿਸ਼ਾਨੀ ਹੈ। ਹੁਣ ਜਦੋਂ ਤੁਹਾਡਾ ਪੇਸ਼ੈਂਟ ਕੁੱਟ ਮਾਰ ਰਿਹਾ ਹੋਏ, ਕੁੱਟ ਖਾਣ ਲੱਗਿਆਂ ਸਾਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਸਾਡਾ ਪੇਸ਼ੈਂਟ ਨਹੀਂ ਕੁੱਟ ਰਿਹਾ, ਇਹ ਉਹਦੀ ਐਲਡੀਹਾਈਡ ਕੁੱਟ ਰਹੀ ਹੈ। ਜਦੋਂ ਸਾਨੂੰ ਕੁੱਟ ਪੈ ਰਹੀ ਹੋਏ ਆਪਣੇ ਪੇਸ਼ੈਂਟ ਕੋਲੋਂ, ਤੇ ਸਾਨੂੰ ਇਹ ਪਹਿਚਾਨ ਲੈਣਾ ਚਾਹੀਦਾ ਹੈ ਕਿ ਇਹ ਸਾਡਾ ਪੇਸ਼ੈਂਟ ਨਹੀਂ ਕੁੱਟ ਰਿਹਾ, ਇਹ ਇਹਦੀ ਐਲਡੀਹਾਈਡ ਕੁੱਟ ਰਹੀ ਹੈ। ਜੇ ਐਲਡੀਹਾਈਡ ਮੇਰੇ ਅੰਦਰ ਵੀ ਹੋਏ ਤੇ ਮੈਂ ਵੀ ਉਸੇ ਪ੍ਰੋਸੈਸ ਨੂੰ ਕਰ ਰਿਹਾ ਹੋਊਂਗਾ। ਜੇ ਤੁਹਾਡੇ ਅੰਦਰ ਐਲਡੀਹਾਈਡ ਹੋਏ ਤਾਂ ਤੁਸੀਂ ਵੀ ਉਹੀ ਕੰਮ ਕਰ ਰਹੇ ਹੋਗੇ। it is because of the aldehyde, acetaldehyde. He is a angry man, he is psychotic. ਇਹ ਇਸ ਵੇਲੇ ਜਿਹੜਾ ਉਹਦੇ ਅੰਦਰ ਜਾਨਵਰ ਆਇਆ ਹੋਇਆ ਨਾ, it is all because of this toxic acetaldehyde. तो ਤੁਸੀਂ ਇਹ ਦੇਖ ਲਓ ਵੀ ਇਸ ਤੋਂ ਖਤਰਨਾਕ ਕੋਈ ਚੀਜ਼ ਨਹੀਂ ਹੋ ਸਕਦੀ ਐਸੀਟੈਲਡੀਹਾਈਡ ਤੋਂ। ਐਸੀਟੈਲਡੀਹਾਈਡ ਅਸਲੀ ਚੀਜ਼ ਹੈ ਜਿਹੜੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਰਬਾਦੀ ਪੈਦਾ ਕਰਦੀ ਪਈ ਹੈ। ਸੋ ਜੇ ਤੁਸੀਂ ਇਹ ਦੇਖਣਾ ਹੋਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਸ਼ੇ ਸਾਨੂੰ ਜਿਹੜੇ ਨਹੀਂ ਪਚਦੇ, ਐਂਡ ਜਦੋਂ ਨਸ਼ੇ ਨਹੀਂ ਪਚਦੇ, ਇਟ ਇਜ਼ ਓਨਲੀ ਦਾ ਐਸੀਟੈਲਡੀਹਾਈਡ ਖਤਮ ਹੋ ਜਾਂਦਾ, ਰਾਈਟ। ਤੇ ਜੇ ਸਾਡੇ ਦੇ ਵਿੱਚ ਇਹ ਐਲਡੀਹਾਈਡ ਬਣਿਆ ਹੋਇਆ, ਜੋ ਸਾਡਾ ਪੇਸ਼ੈਂਟ ਕਰ ਰਿਹਾ ਨਾ, ਹੁਣ ਆਊਟ ਆਫ ਸੈਂਸਿਸ ਹੋਇਆ ਹੋਇਆ, ਚੁੱਕ ਕੇ ਲਿਆਉਣਾ ਪੈਂਦਾ, ਉਹਦੇ ਲੱਤਾਂ 'ਚ ਜ਼ੋਰ ਖਤਮ ਹੋ ਗਿਆ, ਉਹਦੀ ਜ਼ਬਾਨ ਥਰਥਲਾਉਣ ਲੱਗ ਪਈ ਹੈ, ਉਹਦੀਆਂ ਅੱਖਾਂ ਤਾਰਨ ਲੱਗ ਗਈਆਂ। ਉਹ ਜੋ ਵੀ ਕਰ ਰਿਹਾ ਇਸ ਵੇਲੇ, ਜਿੰਨੇ ਵੀ ਐਨੀਮਲਿਸਟਿਕ ਕੰਮ ਕਰਦਾ ਪਿਆ, ਇਹ ਉਹਦੇ ਟੌਕਸਿਕ ਦੇ ਕਰਕੇ ਹੈ। ਕਿਉਂਕਿ ਇਹ ਹੁਣ ਖੂਨ ਦੇ ਵਿੱਚ, ਬਲੱਡ ਦੇ ਵਿੱਚ ਇਹ ਚੀਜ਼ ਮਿਕਸਅਪ ਹੋ ਗਈ ਹੈ। ਇਹ ਲਿਵਰ ਨੂੰ ਡੈਮੇਜ ਕਰ ਰਹੀ ਹੈ, ਪੈਂਕਰੀਅਸ ਨੂੰ ਡੈਮੇਜ ਕਰ ਰਹੀ ਹੈ, ਸਪਲੀਨ ਨੂੰ, ਕਿਡਨੀਜ਼ ਨੂੰ, ਸਟਮਕ ਨੂੰ ਅਲਸਰਸ ਕਰ ਰਹੀ ਹੈ, ਅੰਦਰੋਂ ਇਰੋਡ ਕਰ ਰਹੀ ਹੈ, ਸਾਰੀਆਂ ਬਲੱਡ ਵੈਸਲਸ ਨੂੰ ਖਰਾਬ ਕਰ ਰਹੀ ਹੈ, ਬ੍ਰੇਨ ਦੇ ਵਿੱਚ ਜਾ ਕੇ ਇਹ ਕਲੋਰੋਫਾਰਮ ਵਰਗਾ ਇਫੈਕਟ ਕਰ ਰਹੀ ਹੈ, ਜਿਹੜੀ ਕਿ ਨਸ਼ੇ ਸੁੰਘਾਉਣ ਵਾਲੀ ਦਵਾਈ ਹੁੰਦੀ ਹੈ, ਤੇ ਬੰਦੇ ਦੀ ਮੱਤ ਬਿਲਕੁਲ ਮਾਰੀ ਜਾਂਦੀ ਹੈ। ਆਦਾ ਤੇ ਮਤਲਬ ਹੀ ਕੋਈ ਨਹੀਂ ਰਹਿੰਦਾ ਨਾ, ਜਿਹੜੀ ਪਹਿਲੀ ਡਾਇਗਰਾਮ ਸੀਗੀ ਉਹ ਕੰਮ ਹੀ ਨਹੀਂ ਕਰਦੀ। ਹੁਣ ਐਨੀਮਲ ਬ੍ਰੇਨ ਨੂੰ ਦੇਖੋ ਕਿੰਨਾ ਜ਼ਬਰਦਸਤ ਫਿਊਲ ਮਿਲ ਗਿਆ। ਹੁਣ ਇਸ ਇਨਸਾਨ ਨੂੰ ਤੁਸੀਂ ਕਹੋ ਕਿ ਭਈ ਆ ਤੇਰਾ ਬੱਚਾ ਹੈ, ਧਿਆਨ ਕਰ, ਜਾਂ ਇਹਨੂੰ ਬੁਖਾਰ ਹੋਇਆ, ਚੱਲ ਹਸਪੀਟਲ ਲੈ ਜਾ, ਜਾਂ ਧਿਆਨ ਨਾਲ ਗੱਡੀ ਚਲਾਈ, ਜਾਂ ਤੂੰ ਇਹ ਨਾ ਹੋਏ ਕਿ ਐਕਸੀਡੈਂਟ ਹੋ ਜੇ, ਉਹ ਕਹੇਗਾ ਕੋਈ ਗੱਲ ਹੀ ਕੋਈ ਨਹੀਂ, ਓਵਰ ਕੌਨਫੀਡੈਂਸ ਹੋਏਗਾ। ਐਂਡ ਉਹਨੂੰ ਸਵੇਰੇ ਕੁਛ ਯਾਦ ਨਹੀਂ ਹੋਏਗਾ, ਸਵੇਰੇ ਕੁਛ ਯਾਦ ਨਹੀਂ ਹੋਏਗਾ, ਜੋ ਉਹਨੇ ਰਾਤੀ ਕੀਤਾ ਹੋਏਗਾ ਉਹਨੂੰ ਸਵੇਰ ਤੱਕ ਕੁਛ ਵੀ ਯਾਦ ਨਹੀਂ ਹੋਏਗਾ। ਹੁਣ ਜਿਹੜਾ ਉਹਨੂੰ ਸਵੇਰੇ ਤੱਕ ਕੁਛ ਯਾਦ ਨਹੀਂ ਹੋਏਗਾ, ਜਿਹਨੂੰ ਬਲੈਕਆਊਟ ਕਹਿੰਦੇ ਹੈ, ਕਿ ਉਹਨੇ ਰਾਤੀ ਕਿੱਥੇ ਕਿੱਥੇ ਕੀ ਕੀ ਕੀਤਾ, ਜਦੋਂ ਸਵੇਰੇ ਉੱਠੇਗਾ ਤੇ ਉਹਨੂੰ ਇੰਨਾ ਯਾਦ ਆਏਗਾ ਕਿ ਕੁਛ ਨਾ ਕੁਛ ਹੋਇਆ ਸੀਗਾ। ਪਰ ਜਿਹੜਾ ਕੁਛ ਨਾ ਕੁਛ ਹੋਇਆ ਸੀਗਾ ਉਹਦੀ ਕੋਈ ਡਿਟੇਲ ਯਾਦ ਨਹੀਂ ਰਹੇਗੀ। ਐਂਡ ਉਹਦੇ ਪਿੱਛੇ ਕੀ ਹੋਏਗਾ? ਐਸੀਟੈਲਡੀਹਾਈਡ। ਸੋ ਜੇ ਵਨ ਵਰਡ ਆਪਾਂ ਯਾਦ ਕਰਨਾ ਨਾ, ਕਿ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਜ਼ਿੰਦਗੀ ਦੇ 20% ਲੋਕਾਂ ਨੂੰ ਜਿਹੜੀ ਚੀਜ਼ ਖਤਮ ਕਰਦੀ ਹੈ ਉਹ ਹੋਰ ਕੁਛ ਨਹੀਂ ਹੈ, ਸਿਰਫ ਇੱਕ ਐਸੀਟੈਲਡੀਹਾਈਡ ਹੈ। ਕੋਈ ਇਹਦੇ ਬਾਰੇ ਕੋਈ ਕੁਐਸਚਨ ਪੁੱਛਣਾ ਚਾਹੇ? ਹਾਂ, ਪਰ ਹੁਣ ਸਭ ਤੋਂ ਪਹਿਲਾਂ ਨਵਦੀਪ ਨੇ ਕੀਤਾ ਸੀ। ਜਿਹੜੇ ਡਰੱਗਸ ਆ ਉਹਦੇ ਨਾਲ ਵੀ ਐਸਿਡ ਐਲਡੀਹਾਈਡ ਬਿਲਕੁਲ ਬਿਲਕੁਲ ਆਲ ਡਰੱਗਸ। ਸਰ ਜਿਹੜੇ ਬੰਦਿਆਂ ਦੇ ਅਲਕੋਹਲ ਆਉਂਦੇ ਆ ਕਿ ਅਲਕੋਹਲ ਤਾਂ ਕੁਛ ਨਹੀਂ ਹੁੰਦਾ, ਉਹ ਉਹਨਾਂ ਦੀ ਡਿਨਾਈਲ ਹੀ ਹੋਊਗੀ ਫਿਰ। ਜਿਹੜਾ ਨੂੰ ਅਲਕੋਹਲ ਨਾਲ ਕੁਛ ਨਹੀਂ ਹੁੰਦਾ, ਹਾਂਜੀ, ਉਹ ਆਂਦੇ, ਕਈ ਬੰਦੇ ਕਹਿੰਦੇ ਨਾਲ ਅਲਕੋਹਲ ਕੁਛ ਨਹੀਂ ਹੁੰਦਾ, ਮੈਨੂੰ ਤਾਂ ਕੁਛ ਨਹੀਂ ਹੁੰਦਾ ਜੀ ਪੀ ਕੇ, ਹਾਂ ਮੈਂ ਚੰਗਾ ਭਲਾ ਲੈਣਾ। ਬਟ ਉਹਨਾਂ ਨੂੰ, ਉਹਨਾਂ ਦਾ ਐਸੀਟਿਕ ਐਸਿਡ, ਅਲਕੋਹਲ ਤੋਂ ਬਾਅਦ ਸਿੱਧਾ ਐਸੀਟਿਕ ਐਸਿਡ, ਐਸੀਟਿਕ ਐਸਿਡ ਤੋਂ ਬਾਅਦ ਆਕਸੀਜਨ ਤੇ ਵਾਟਰ ਬਣ ਕੇ ਤੇ ਉਹ ਬਾਹਰ ਨਿਕਲ ਜਾਂਦਾ, ਖਾਰਿਜ ਹੋ ਜਾਂਦਾ। ਜੇ ਡਿਨਾਈਲ ਹੀ ਹੋਊਗੀ ਸਰ ਉਹਨਾਂ ਦੀ ਫਿਰ। ਹਾਂ, ਪਰ ਜੇ 20% ਲੋਕੀ ਇਹ ਕਹਿਣ ਕਿ ਮੈਨੂੰ ਲੈ ਕੇ ਕੁਛ ਨਹੀਂ ਹੁੰਦਾ, ਇਹ ਡਿਨਾਈਲ ਹੋਗੀ। ਹਾਂਜੀ, ਠੀਕ ਠੀਕ। ਜੇ 20% ਲੋਕੀ ਕਹਿਣ ਕਿ ਨਹੀਂ ਨਹੀਂ ਅਸੀਂ ਤੇ 80% ਚਾਹੁੰਦੇ ਆ, ਇਹ ਡਿਨਾਈਲ ਹੋਗੀ। ਠੀਕ ਹੈ ਸਰ। ਮਸਲਾ ਇੰਨਾ ਖਰਾਬ ਹੋਇਆ ਹੈ, ਹਾਲਾਤ ਇੰਨੇ ਖਰਾਬ ਹੈ, ਤੇ ਅਸੀਂ ਕਹਿੰਦੇ ਕੀ ਹੋਇਆ, ਹਾਲਾਤ ਤੇ ਚੰਗੇ ਭਲੇ ਆ। ਮੈਂ 2-4 ਵਾਰੀ ਪੀਤੀ ਡਿੱਗਾ ਹੀ ਆ, 2-4 ਵਾਰੀ ਮੈਨੂੰ ਸਮਝ ਨਹੀਂ ਆਇਆ, ਇਹੋ ਜਿਹਾ ਤਾਂ ਲੋਕਾਂ ਨਾਲ ਹੁੰਦਾ ਰਹਿੰਦਾ। ਸਾਡੇ ਪੇਸ਼ੈਂਟ ਦੀ ਨਿਸ਼ਾਨੀ ਤੇ ਇਹ ਹੈ ਕਿ ਵੀ ਜੇ ਉਹ ਇੱਕ ਪੈਗ ਵੀ ਪੀਏਗਾ ਉਸ ਤੋਂ ਬਾਅਦ ਨਹੀਂ ਉਹ ਰੋਕ ਸਕੇਗਾ, ਕਿਉਂਕਿ ਬਾਕੀ ਦੀ ਜਿਹੜੀ ਉਹ ਪੀਏਗਾ ਨਾ, ਉਹ ਇਸ ਟੌਕਸਿਕ ਨੂੰ ਖਤਮ ਕਰਨ ਵਾਸਤੇ ਪੀ ਰਿਹਾ। ਜਿਹੜੀ ਉਹ ਅਲਕੋਹਲ ਪੀ ਰਿਹਾ ਹੈ ਨਾ, ਜ਼ਿਆਦਾ ਅਲਕੋਹਲ ਪੀ ਰਿਹਾ ਹੈ, ਉਹ ਇੱਕ ਸਰਕਲ ਹੈ
ਜਿਹੜਾ ਕਿ ਬਹੁਤ ਇੰਪੋਰਟੈਂਟ ਹੈ ਸਮਝਣਾ। ਜਿਹੜਾ ਬਾਕੀ ਦੀ ਅਲਕੋਹਲ ਉਹ ਪੀ ਰਿਹਾ ਹੈ ਨਾ ਪਹਿਲੇ ਪੈਗ ਤੋਂ ਬਾਅਦ, ਉਹ ਸਿਰਫ ਅਲਕੋਹਲ ਇਸ ਕਰਕੇ ਪੀ ਰਿਹਾ ਕਿਉਂਕਿ ਉਹ ਇਹਨੂੰ ਟੌਕਸਿਨ ਨੂੰ ਖਤਮ ਕਰਨਾ ਚਾਹੁੰਦਾ। ਪਰ ਜਿੰਨੀ ਉਹ ਪੀਏ ਖਤਮ ਹੋਏਗੀ ਨਾ, ਉਸ ਤੋਂ ਬਾਅਦ ਉਨੀ ਜ਼ਿਆਦਾ ਮਿਕਦਾਰ ਐਸੀਟਲਡੀਹਾਈਡ ਦੀ ਹੋਰ ਬਣਦੀ ਜਾਏਗੀ ਐਂਡ ਉਹ ਇਸ ਸਰਕਲ ਦੇ ਵਿੱਚ ਫਸ ਕੇ ਰਹਿ ਜਾਏਗਾ, ਜਿਹਨੂੰ ਕਹਿੰਦੇ ਬਿੰਜ। 3 ਦਿਨ 4 ਦਿਨ 5 ਦਿਨ 6 ਦਿਨ, ਜਦੋਂ ਤੱਕ ਪੂਰਾ ਦਾ ਪੂਰਾ ਭਰ ਨਹੀਂ ਨਾ ਜਾਏਗਾ ਐਸੀਟਲਡੀਹਾਈਡ ਨਾਲ, ਤੇ ਉਹ ਬੇਹੋਸ਼ੀ ਦੀ ਕਰਾਰ ਤੇ ਹੋਏਗਾ, ਤੇ ਡਿੱਗਾ ਫਰੇਗਾ, ਉਹਨੂੰ ਨੀਂਦ ਨਹੀਂ ਆਏਗੀ, ਸਿਰਫ ਬੇਹੋਸ਼ ਹੋ ਕੇ ਡਿੱਗਾ ਹੋਏਗਾ, ਵੋਮਟਿੰਗ ਆ ਰਹੀਆਂ ਹੋਣਗੀਆਂ, ਬੁਰਾ ਹਾਲ ਹੋਏਗਾ। ਇਹ ਸਿਰਫ ਇਸ ਸਰਕਲ ਦੇ ਵਿੱਚ ਫਸਿਆ ਹੋਏਗਾ, ਉਹਦੇ 'ਚ ਐਸਟਿਕ ਐਸਿਡ ਤੇ ਇਹ ਵਾਲਾ ਤਾਂ ਸਿਸਟਮ ਹੀ ਨਹੀਂ ਹੋਏਗਾ, ਥੱਲੇ ਤੇ ਉਹ ਗਿਆ ਹੀ ਨਹੀਂ। ਤੋ ਇੱਕ ਵਾਰੀ ਜਦੋਂ ਬੰਦਾ ਸ਼ਰਾਬ ਪੀਂਦਾ, ਪਹਿਲੇ 1 2 3 ਪੈਗ ਪੀਂਦਾ, ਉਸ ਤੋਂ ਬਾਅਦ ਜਿਹੜਾ ਪੀਂਦਾ ਨਾ, ਉਹ ਸਿਰਫ ਟੌਕਸਿਨ ਨੂੰ ਖਤਮ ਕਰਨ ਵਾਸਤੇ ਹੈ, ਤਾਂ ਕਿ ਇਹ ਚੀਜ਼ਾਂ ਖਤਮ ਹੋ ਜਾਣ। ਜਿਵੇਂ ਆਪਾਂ ਕੋਈ ਵੀ ਬੰਦਾ ਅਲਕੋਹਲ ਕੰਜ਼ਿਊਮ ਕਰਦਾ ਰਹਿੰਦਾ, ਇਹ ਨੈਕਸਟ ਡੇ ਉਸ ਨੂੰ ਉਲਟੀ ਆਉਂਦੀ, ਐਸਿਡਿਟੀ, ਇਹਦਾ ਮਤਲਬ ਇਹ ਹੈ ਕਿ ਇਹ ਟੌਕਸਿਨ ਪਿਛਲੀ ਰਾਤ ਦਾ ਉਦੋਂ ਦਾ ਹੀ ਪਿਆ ਗਾ। ਮੈਨੂੰ ਇੱਕ ਵਾਰੀ ਫਿਰ ਬੋਲਦੇ ਬੜੇ ਸਲੋ ਕਰ। ਮਤਲਬ ਕਿ ਜਿਵੇਂ ਅੱਜ ਰਾਤ ਮੈਂ ਡਰਿੰਕ ਕਰ ਲਈ, ਅੱਜ ਰਾਤ ਨੂੰ ਡਰਿੰਕ ਕਰ ਲਈ, ਹਾਂਜੀ, ਅਗਲੇ ਦਿਨ ਉਹਨੂੰ ਉਲਟੀ, ਇਹਦਾ ਮਤਲਬ ਇਹ ਹੋਇਆ ਕਿ ਪਿਛਲੀ ਰਾਤ ਦਾ ਐਸਿਡ ਮੇਰੇ ਬੋਡੀ ਅੰਦਰ ਹੀ ਪਿਆ ਗਿਆ। ਹਾਂ, ਅੱਛਾ, ਜਿਹੜੀ ਅੱਜ ਰਾਤ ਦੀ ਆਉਂਦੀ ਹੈ, ਜਿਹੜੀ ਅੱਜ ਰਾਤ ਆਪਾਂ ਡਰਿੰਕ ਕੀਤੀ, ਉਹਦੀ ਐਲਡੀਹਾਈਡ, ਅਗਲੀ ਦਿਨ ਆਈ, ਹਾਂ, ਉਹਦੀ ਐਲਡੀਹਾਈਡ ਹੁਣ 24 ਤੋਂ 48 ਤੋਂ 72 ਘੰਟੇ ਤੱਕ ਅੰਦਰ ਪਈ ਹੋਈ ਹੈ, ਜਿਹੜੀ ਉਹ ਅੰਦਰ ਬੇਚੈਨੀ ਪੈਦਾ ਕਰਦੀ ਪਈ ਹੈ, ਕਿਉਂਕਿ ਜ਼ਹਿਰੀਲੇ ਮਾਦੇ ਪਏ ਹੈ, ਉਹਦੇ ਕਰਕੇ ਹੈਂਗਓਵਰ ਵੀ ਹੋ ਰਿਹਾ, ਸਿਰ ਦਰਦ ਵੀ ਹੋ ਰਹੀ ਹੈ, ਬੁਰਾ ਹਾਲ ਹੈ, ਨੋਜ਼ੀਏਟਿੰਗ ਫੀਲਿੰਗ ਵੀ ਹੋ ਰਹੀ ਹੈ, ਕਈ ਵਾਰੀ ਵੋਮਟਿੰਗ ਵੀ ਆ ਰਹੀ ਹੈ, ਰੋਟੀ ਅੰਦਰ ਨਹੀਂ ਲੰਘਦੀ ਪਈ। ਉਹਨੂੰ ਠੀਕ ਕਰਨ ਵਾਸਤੇ ਫਿਰ ਬੰਦਾ ਫਿਰ ਥੋੜਾ ਜਿਹਾ ਜਾ ਕੇ ਪੀਂਦਾ ਹੈਗਾ। ਐਂਡ ਤੁਸੀਂ ਦੇਖਦੇ ਹੋ ਜਿਹੜੀਆਂ ਦੁਕਾਨਾਂ ਦੇ ਵਿੱਚ 5-6 ਵਜੇ ਸਵੇਰੇ ਜਾ ਕੇ ਪੀ ਰਹੇ ਹੁੰਦੇ ਆ, ਉਹਨਾਂ ਦੀ ਮਜਬੂਰੀ ਇਹ ਹੁੰਦੀ ਹੈ ਕਿ ਉਹਨਾਂ ਦੇ ਅੰਦਰ ਐਲਡੀਹਾਈਡ ਬਣਿਆ ਹੁੰਦਾ। ਉਹ ਸ਼ਰਾਬ ਪੀਣ ਨਹੀਂ ਜਾਂਦੇ, ਉਹਨਾਂ ਦੀ ਐਲਡੀਹਾਈਡ ਉਹਨਾਂ ਨੂੰ ਉਸ ਜਗ੍ਹਾ ਤੇ ਲੈ ਕੇ ਜਾਂਦੀ ਹੈ। ਉਹ ਕਿਸੇ ਵੀ ਬੁਰੇ ਹਾਲਤ ਦੇ ਵਿੱਚ ਚੱਪਲਾਂ ਪਾਏ ਬਗੈਰ 20 ਰੁਪਏ 30 ਰੁਪਏ 50 ਰੁਪਏ ਜੋ ਲੱਭਦੇ ਆ, ਉੱਠ ਕੇ ਭੱਜ ਕੇ ਸਵੇਰੇ ਸਵੇਰੇ ਦੁਕਾਨ ਤੇ ਪਹੁੰਚ ਜਾਂਦੇ ਆ। ਜਦੋਂ ਹੀ ਦੁਕਾਨਾਂ ਖੁੱਲ੍ਹਦੀਆਂ, ਉਹਨਾਂ ਦੀਆਂ ਮਿੰਨਤਾਂ ਕਰਕੇ ਤੇ ਉਹ ਸ਼ਰਾਬ ਲੈਂਦੇ ਆ ਤੇ ਫਟਾਫਟ ਉੱਥੇ ਖੜੇ ਖੜੇ ਹੀ ਸੁੱਟ ਲੈਂਦੇ ਅੰਦਰ, ਤਾਂ ਕਿ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਇਹ ਜਿਹੜੀ ਬੇਚੈਨੀ ਹੈ ਨਾ, ਇਹ ਬਹੁਤ ਗੰਦੀ ਬੇਚੈਨੀ ਹੈ। ਇੰਨੀ ਗੰਦੀ ਬੇਚੈਨੀ ਬਰਦਾਸ਼ਤ ਹੋ ਹੀ ਨਹੀਂ ਸਕਦੀ ਕਿਸੇ ਇਨਸਾਨ ਨੂੰ। ਹਾਂਜੀ ਬੇਟੇ ਉਹਦੇ ਹੋ। Sir, I actually have 3 questions. ਤੁਹਾਡੀ ਪਿਛਲੀ ਸਲਾਈਡ ਤੇ ਜਿਹਦੇ ਤੁਸੀਂ ਐਕਸਪਲੇਨ ਕਰ ਰਹੇ ਸੀ 1 ਮਿੰਟ ਟਾਕ ਬਾਰੇ, ਤੇ ਉਹਦੇ 'ਚ ਤੁਸੀਂ ਐਕਸਪਲੇਨ ਕੀਤਾ ਜਿਵੇਂ ਅਸੀਂ ਆਪਣਾ ਕੂਲ ਲੂਜ਼ ਨਹੀਂ ਕਰਨਾ, ਬੇਸਿਕਲੀ ਪ੍ਰੋਵੋਕਿੰਗ ਨਹੀਂ ਕਰਨੀ, ਤੇ ਇਨ ਕੇਸ ਕੋਈ ਇਹੋ ਜਿਹਾ ਸਿਨੈਰੀਓ ਹੁੰਦਾ ਸਾਡੇ ਪੇਸ਼ੈਂਟ ਨਾਲ ਵੀ ਸਪੋਜ਼ ਕਿਸੇ ਨੇ ਮਾਈ ਲਵਡ ਵਨ ਇਜ਼ ਡਰੰਕ, ਬਟ ਉਹ ਚੱਲ ਕੇ ਆਪਣੇ ਬੈੱਡ ਤੱਕ ਵੀ ਨਹੀਂ ਜਾ ਪਾ ਰਿਹਾ, ਤੇ ਜੇ ਮੈਂ ਉਹਨੂੰ ਚੁੱਕ ਕੇ ਬੈੱਡ ਤੇ ਪਾਵਾਂਗੀ ਤਾਂ ਵਿਲ ਦੈਟ ਬੀ ਅਨੇਬਲਿੰਗ? ਯੈਸ। ਤਾਂ ਉਸ ਐਦਾਂ ਦੀ ਸਿਚੁਏਸ਼ਨ 'ਚ ਕੀ ਕਰਨਾ ਚਾਹੀਦਾ? ਜਿਵੇਂ ਤੁਸੀਂ ਕਹਿੰਦੇ ਹੋ ਆਪਣੇ ਖਿਲਾਰੇ ਉਹਨਾਂ ਦੇ ਨਹੀਂ ਸਾਂਭਣੇ, ਤੁਸੀਂ ਸਿਰਫ ਇੰਨਾ ਕਰਨਾ ਹੈ ਕਿ ਇਨਸ਼ੋਰ ਕਰਨਾ ਸੇਫਟੀ। ਓਕੇ, ਉਹਨਾਂ ਨੂੰ ਉੱਥੋਂ ਤੱਕ ਲੈ ਜਾਣਾ ਜਿੱਥੇ ਕਿ ਉਹਨਾਂ ਦਾ ਕੋਈ ਹੈਡ ਇੰਜਰੀ ਨਾ ਹੋਏ, ਕੋਈ ਇੰਜਰੀ ਨਾ ਹੋਏ, but it is preferable to let them be there so that when they wake up, they open their eyes, they should be in a position which should be embarrassing for them, so that they can realize that they were drunk and that is because of the consequences they are there. ਜੇ ਤੁਸੀਂ ਉਹਨਾਂ ਦੇ ਉੱਠਣ ਤੱਕ ਸਾਰਾ ਖਿਲਾਰਾ ਸਾਂਭਤਾ, ਮੈਸ ਸਾਰੀ ਸਾਂਭਤੀ, they will forget the event and they will not even bother about ਕਿ ਵੀ ਰਾਤ ਨੂੰ ਕੀ ਹੋਇਆ ਸੀਗਾ। Ultimately the disease wants ਕਿ ਤੁਸੀਂ ਸਾਰਾ ਮੈਸ ਸਾਂਭ ਦਿਓ, ਪਰ ਜਿੰਨਾ ਤੁਸੀਂ ਉਹ ਮੈਸ ਪਿਆ ਰਹਿਣ ਦਿਓਗੇ, that is one thing which consequences which can reflect ਕਿ ਮੈਂ ਇੰਨਾ ਬਿਮਾਰ ਸੀਗਾ ਰਾਤੀ, ਮੈਂ ਉੱਪਰ ਹੀ ਯੂਰਿਨ ਕਰਤਾ, ਮੈਂ ਬਾਥਰੂਮ ਦੇ ਵਿੱਚ ਪੈਸ ਆਊਟ ਹੋ ਗਿਆ, ਮੈਂ ਕਿਸੇ ਜਗ੍ਹਾ ਤੋਂ ਚੁੱਕ ਕੇ ਲਿਆਂਦਾ ਗਿਆ। ਸੋ ਜੇ ਤੁਹਾਨੂੰ ਇਹ ਲੱਗੇ ਕਿ ਇਟ ਇਜ਼ ਟੂ ਐਂਬੈਰਸਿੰਗ ਕਿ ਤੁਹਾਡਾ ਹਸਬੈਂਡ ਨੀਚੇ ਲੇਟਿਆ ਹੋਇਆ ਅਤੇ ਤੁਸੀਂ ਬੈੱਡ ਤੇ ਲੇਟੇ ਹੋਏ ਹੋ, you can always have a pillow and a bed sheet and you can also lie with him. That will be even more effective. You are lying there, you are too heavy for me to be dragged and put to the bed, so I decided to lie with you only, because that is going to be the most effective thing. ਉਹਦੇ ਨਾਲ ਹੀ ਤੁਸੀਂ ਵੀ ਇੱਕ ਬੈੱਡ ਛੋਟਾ ਜਿਹਾ, ਮਤਲਬ
ਪਿੱਲੋ ਲੈ ਕੇ ਇੱਕ ਚਾਦਰ ਲੈ ਕੇ ਉਹਦੇ ਨਾਲ ਹੀ ਲੇਟ ਜਾਓ, ਉੱਥੇ ਹੀ ਸੌਂ ਜਾਓ। बट इन दिस सिनेरियो मतलब जो मेरा एक्सपीरियंस रहा, आई हैव ऑब्जर्व्ड, मतलब आई डोंट नो इट्स अ करेक्ट टर्म, बट आई हैव सीन गिल्ट ड्रिंकिंग आल्सो। ਜਦੋਂ ਬੰਦੇ ਨੂੰ ਪਤਾ ਹੋਏ ਮੈਂ ਰਾਤੀ ਬਹੁਤ ਖਲਾਰਾ ਪਾਇਆ ਹੈ, ਤਾਂ ਅਗਲੇ ਦਿਨ ਅੱਖਾਂ ਨਾਮ ਲਾਉਣ ਦੇ ਚੱਕਰ 'ਚ ਉਹ ਹੋਰ ਦਿਮਾਗ ਬੰਦ ਕਰ ਲਏਗਾ। ਤਾਂ ਵੇਅਰ ਵਿਲ ਆਈ ਫਾਈਂਡ ਚਾਂਸ ਫॉर दैट 1 ਮਿੰਟ ਹੈਲਦੀ ਟਾਕ ਜੇ ਦੇਖੋ, ਉਹ ਸਿਨੈਰੀਓ ਆਉਂਦਾ? ਮੈਂ ਤੁਹਾਨੂੰ ਐਗਜ਼ੈਕਟ ਕਹਿਣਾ ਕਿ we cannot stop drinking. We should admit that he cannot stop his drinking, we cannot stop his drinking. But there has to be some moments before that thing happens. And kuch na kuch aisa da time aanda jithe you are having a cup of tea or you can have some relaxed moment. When he is feeling embarrassed, you can sit with him and koi nahi, and you can have certain physical action and you can say कि मैं दही लियांदी है, ਇਹ ਲਿਆਂਦਾ, let's eat it. ਉਸ ਵੇਲੇ ਤੁਸੀਂ ਆਪਣੀ 1 ਮਿੰਟ ਟਾਕ ਕਰ ਸਕਦੇ ਹੋ। 1 ਮਿੰਟ ਵਾਸਤੇ ਨਾ ਸਾਨੂੰ ਬਹੁਤ ਜ਼ਿਆਦਾ ਲੰਬੀ ਟਾਕ ਦੀ ਨਹੀਂ ਜ਼ਰੂਰਤ ਹੁੰਦੀ। ਐਂਡ ਦੈਟ 1 ਮਿੰਟ ਟਾਕ ਤੋਂ ਬਾਅਦ embrace him and show him that you belong to me and I belong to you. That is very important. And sir, 1 minute talk is only when you have active addiction in your scenario patient ਨਾਲ, ਜਾਂ if patient is well in recovery ਤਾਂ ਉਸ ਤੋਂ ਬਾਅਦ ਵੀ ਅਸੀਂ 1 minute talk ਨੂੰ ਪ੍ਰੈਕਟਿਸ ਕਰਦੇ ਰਹੀਏ ਇੱਕ ਦੂਜੇ ਨਾਲ? Any time in the life. Okay. Because there are active addiction to baad, there are going to be certain weak actions or certain impulsive actions or certain things which can resemble ਤੇ ਉਹ ਸਾਡੇ reactive nature ਦੇ ਵਿੱਚ ਹੋਣਗੀਆਂ, ਕਿਉਂਕਿ ਕੋਈ alternative addictions ਵੀ ਹੈ ਨਾ। ਮਤਲਬ ਜਦੋਂ ਸਾਡੇ ਪੇਸ਼ੈਂਟਸ ਖਾਣਾ ਸ਼ੁਰੂ ਕਰ ਦਿੰਦੇ ਆ, ਉਹਨਾਂ ਦੇ ਫੈਟੀ ਲਿਵਰ ਹੁੰਦੇ ਆ, ਉਹ ਡਾਈਟ ਉਸ ਤਰ੍ਹਾਂ ਦੀ ਖਾਂਦੇ ਆ, ਹੈਵੀ ਡਾਈਟ ਖਾਂਦੇ ਆ, ਔਰ ਦੇ ਡੂ ਸਮਥਿੰਗ, ਜਾਂ ਕੋਈ ਡਰਾਈਵਿੰਗ ਕਰਨੀ ਜਾਂ ਕੁਛ ਵੀ ਕਰਨਾ which is not permissible, ਜਾਂ ਕਿਸੇ ਜਗ੍ਹਾ ਤੇ ਜਾ ਕੇ ਓਵਰ ਐਕਸਪੈਂਡੀਚਰ ਖਰਚਤਾ, ਕੋਈ ਐਵੇਂ ਇੰਪਲਸਿਵ ਸ਼ਾਪਿੰਗ ਕਰਤੀ, ਇਹ ਸਾਰੀਆਂ ਚੀਜ਼ਾਂ ਵੇਲੇ ਵੀ ਆਪਾਂ 1 ਮਿੰਟ ਟਾਕ ਹੀ ਕਰਨੀ। Okay. Anything which is problematic in our life, all through the life, Okay sir. all through the life. ਐਂਡ ਸਰ ਲਾਸਟ ਕੁਐਸਚਨ ਇਜ਼, ਆਈ ਹੈਵ ਹਰਡ ਯੋਰ ਮੀਟਿੰਗਸ ਜਿਹਦੇ ਤੁਸੀਂ ਐਕਸਪਲੇਨ ਕੀਤਾ ਵੀ ਪੇਸ਼ੈਂਟ ਨੇ ਐਜ਼ ਐਡਿਕਟ ਉਹ ਦੇਖ ਲਿਆ ਜੋ ਉਹਨੂੰ ਨਹੀਂ ਦੇਖਣਾ ਚਾਹੀਦਾ ਸੀ, ਐਂਡ ਇਟ ਹੈਜ਼ ਬੀਨ ਇੰਪ੍ਰਿੰਟਡ ਇਨ ਦਾ ਮਾਈਂਡ, ਜਿਹਦੀ ਖੋਜ 'ਚ ਹਮੇਸ਼ਾ ਰਹਿੰਦਾ ਹੈ। ਪਰ ਜੇ ਉਹ ਇੰਨਾ ਹਾਈ ਉਹਦੇ ਮਾਈਂਡ 'ਚ ਇੰਪ੍ਰਿੰਟ ਹੋਇਆ ਹੈ, ਤਾਂ ਜਿੰਨਾ ਕੁਛ ਲੋ ਉਹਦੇ ਨਾਲ ਹੋਇਆ ਉਹਦੀ ਇੰਪ੍ਰਿੰਟਿੰਗ ਇਕੁਅਲ ਨਹੀਂ ਆਉਂਦੀ ਕਿ ਉਹ ਦੇਖ ਸਕੇ ਕਿ ਹਾਈ ਦੇ ਨਾਲ ਲੋ ਵੀ ਤਾਂ ਆਇਆ ਸੀ। ਜਦੋਂ ਸਾਡੇ ਪੇਸ਼ੈਂਟ ਨੇ ਕੋਈ ਡਰਗ ਲਈ ਐਂਡ ਉਹਨੂੰ ਇੰਨਾ ਅੱਛਾ ਮਹਿਸੂਸ ਹੋਇਆ ਕਿ ਜਿਹੜਾ ਆਊਟ ਆਫ ਦਾ ਵਰਲਡ ਐਕਸਪੀਰੀਅੰਸ ਸੀਗਾ, ਐਂਡ ਉਹ ਐਕਸਪੀਰੀਅੰਸ, ਉਹ ਮੰਜ਼ਰ ਨਾ ਉਹਨੇ ਪਹਿਲਾਂ ਕਦੀ ਦੇਖਿਆ ਸੀ ਨਾ ਬਾਅਦ 'ਚ ਕਦੀ ਦੇਖਣਾ ਹੈ, ਉਹਨੂੰ ਇਹ ਲੱਗਦਾ ਹੈ ਕਿ ਇਹ ਲਾਈਫ ਦਾ ਸਭ ਤੋਂ ਗੋਲਡਨ ਮੂਮੈਂਟ ਹੈ, ਇਹ ਪਹਿਲਾਂ ਕਿਉਂ ਨਹੀਂ ਆਇਆ। ਐਂਡ ਦੈਟ ਇਜ਼ ਦਾ ਟਾਈਮ ਹੀ ਫੈਲਟ ਕਿ ਵੀ ਇੰਨਾ ਅੱਛਾ ਮੈਨੂੰ ਮਹਿਸੂਸ ਹੋ ਰਿਹਾ, ਐਂਡ ਹਰ ਚੀਜ਼ ਉਹਨੂੰ ਯਾਦ ਹੁੰਦੀ ਹੈ, ਆਸ-ਪਾਸ ਕਿਹੜਾ ਕਲਰ ਹੈ, ਕਿੱਥੇ ਕੌਣ ਹੈ, ਕਿੰਨੇ ਇਨਸਾਨ ਹੈ, ਕਿਹੜੀ ਉਹਦੇ ਹੱਥ 'ਚ ਚੀਜ਼ ਹੈ, ਕਿਹੜੇ ਉਹਨੇ ਕੱਪੜੇ ਪਾਏ ਸੀ, ਕਿਹੜੀ ਉਹਨੇ ਸ਼ਰਟ ਪਾਈ ਸੀ, ਉਸ ਵੇਲੇ ਗਰਮੀ ਸੀ, ਸਰਦੀ ਸੀ, ਫੌਗ ਸੀ, ਰੇਨ ਸੀ, ਉਹ ਚੀਜ਼ ਉਹਦੇ 'ਚ ਸਾਰਾ ਕੁਝ ਪ੍ਰਿੰਟ ਹੋ ਜਾਂਦਾ ਹੈ ਉਸ ਟਾਈਮ 'ਤੇ ਜਦੋਂ ਉਹਨੇ ਉਹ ਪੀਕ ਦੇਖੀ। ਹੁਣ ਕੀ ਹੁੰਦਾ ਕੀ ਹੈ ਕਿ ਹੀ ਕੀਪਸ ਔਨ ਰਿਪੀਟਿੰਗ ਵਿਚ ਹੀ ਵਾਂਟਸ, ਜਿਹਦੇ ਉਹਨੂੰ ਪੀਕ ਦਿੱਤੀ, ਪਰ ਉਹ ਜਿੰਨੀ ਯੂਜ਼ ਕਰਦਾ ਹੈ ਉਨੀ ਹੀ ਉਹਦੀ ਡਿਕਲਾਈਨ ਨਾਲ ਸਟਾਰਟ ਹੋ ਜਾਂਦੀ ਹੈ, ਐਂਡ ਹੀ ਡਜ਼ਨਟ ਫੀਲ ਦ ਸੇਮ ਆਫਟਰਵਰਡਸ, ਰਾਈਟ। ਸੋ ਉਹਦੇ ਨਾਲ ਹੁੰਦਾ ਕੀ ਹੈ ਕਿ ਫਿਰ ਹੀ ਟਰਾਈਜ਼ ਟੂ ਇਨਕਰੀਜ਼ ਦਾ ਡੋਜ਼, ਪਰ ਉਹ ਡੋਜ਼ ਇਨਕਰੀਜ਼ ਕਰਨ ਤੋਂ ਬਾਅਦ ਵੀ ਹੀ ਡਜ਼ ਨਾਟ ਅਚੀਵ ਦਿਸ ਪੀਕ। ਫਿਰ ਉਹ ਮਿਕਸਚਰ ਆਫ ਡਰੱਗਸ ਕਰਕੇ ਦੇਖਦਾ ਹੈ ਕਿ ਮੈਂ 2-3 ਡਰੱਗਸ ਇਕੱਠੀਆਂ ਕਰਾਂ, ਸ਼ਾਇਦ ਉਹ ਪੀਕ ਆ ਜਾਏ, ਸ਼ਾਇਦ ਮੈਂ ਛੱਡ ਕੇ ਦੇਖ ਕੇ ਫਿਰ ਕਰਾਂ, ਫਿਰ ਪੀਕ ਆ ਜਾਏ, ਬਟ ਇਟ ਨੈਵਰ ਕਮਸ, ਕਿਉਂਕਿ ਉਹ ਮੈਟਾਬੋਲਿਜ਼ਮ ਖਰਾਬ ਹੋ ਗਿਆ। ਤੇ ਹੁਣ ਉਹ ਸਾਡਾ ਜਿਹੜਾ ਰਿਵਾਰਡ ਸਰਕਟ ਹੈ ਬ੍ਰੇਨ ਦੇ ਵਿੱਚ, ਇਹ ਸੈਕੰਡ ਮੈਕੈਨਿਜ਼ਮ ਹੈ। ਇੱਕ ਉਹ ਸੀਗਾ ਮੈਟਾਬੋਲਿਕ ਡਿਸਆਰਡਰ, ਇੱਕ ਇਹ ਬ੍ਰੇਨ ਦੇ ਵਿੱਚ ਹੋ ਰਿਹਾ, ਇਹ ਸਾਰਾ ਰਿਵਾਰਡ ਸਰਕਟ ਦੇ ਨਾਲ ਹੋ ਰਿਹਾ। ਇੱਕ ਵਾਰੀ ਡੋਪਾਮੀਨ ਇੰਨੀ ਬਣੀ ਕਿ ਪੀਕ ਆ ਗਈ, ਹੁਣ ਉਸ ਤੋਂ ਬਾਅਦ ਜਿਹੜੀ ਡੋਪਾਮੀਨ ਹੈ ਉਹ ਘਟਦੀ ਜਾ ਰਹੀ ਹੈ, ਠੀਕ ਹੈ, ਕਿਉਂਕਿ ਇਹ ਡੋਪਾਮੀਨ ਅਸੀਂ ਫਿਊਚਰ ਦੀ ਯੂਜ਼ ਕਰ ਲਈ, ਹੁਣ ਫਿਊਚਰ ਦੀ ਡੋਪਾਮੀਨ ਅਸੀਂ ਯੂਜ਼ ਕਰੀ ਜਾ ਰਹੇ ਹਾਂ, ਐਂਡ ਡੋਪਾਮੀਨ ਦੀ ਪ੍ਰੋਡਕਸ਼ਨ ਘਟੀ ਜਾ ਰਹੀ ਹੈ, ਡੋਪਾਮੀਨ ਦੇ ਰਿਸੈਪਟਰਸ ਡੈਡ ਹੋ ਰਹੇ ਹੈ, ਐਂਡ ਘੱਟ ਡੋਪਾਮੀਨ ਬਣ ਰਹੀ ਹੈ, ਰਿਸੀਵ ਕਰਨ ਵਾਲੇ ਰਿਸੈਪਟਰਸ ਘਟਦੇ ਜਾ ਰਹੇ ਹੈ, ਸੋ ਇਸ ਕਰਕੇ ਟੋਲਰੈਂਸ ਡਿਵੈਲਪ ਹੋ ਰਹੀ ਹੈ। ਸੋ ਅਲਟੀਮੇਟਲੀ ਕੀ ਹੁੰਦਾ ਕੀ ਹੈ ਕਿ ਪੀਕ ਜਿਹੜੀ ਹੈ ਉਹ ਨੀਚੇ ਜਾਣੀ ਸ਼ੁਰੂ ਹੋ ਜਾਂਦੀ ਹੈ, ਇਟ ਗੋਜ਼ ਡਾਊਨ ਰਾਈਟ। ਪਰ ਇੱਕ ਚੀਜ਼ ਇਹਦੇ ਨਾਲ ਪੈਰਲਲ ਹੁੰਦੀ ਹੈ ਕਿ ਜਦੋਂ ਇਹ ਡਾਊਨ ਆ ਰਹੀ ਹੁੰਦੀ ਹੈ, ਇੱਕ ਸਟ੍ਰੈਸ ਫੈਕਟਰ ਵਧਣਾ ਸ਼ੁਰੂ ਹੋ ਜਾਂਦਾ, ਸਟ੍ਰੈਸ, ਪੇਨ।
ਇੱਕ ਸਟ੍ਰੈਸ ਸਰਕਟ ਹੁੰਦਾ ਉਹ ਔਨ ਹੋ ਜਾਂਦਾ ਐਂਡ ਉਹਦੇ ਨਾਲ ਕੋਰਟੀਸੋਲ ਹੋਰ ਬਹੁਤ ਸਾਰੀਆਂ ਐਡਰੇਨਾਲਿਨ ਜਿਹੜੇ ਨੈਗੇਟਿਵ ਕੈਮੀਕਲਸ ਹੈਗੇ ਉਹ ਬਣਨੇ ਸ਼ੁਰੂ ਹੋ ਜਾਂਦੇ ਆ। ਉਹਦੇ ਨਾਲ ਕੀ ਹੁੰਦਾ ਕਿ ਜਿਉਂ-ਜਿਉਂ ਉਹ ਪੀਣਾ ਸ਼ੁਰੂ ਕਰਦਾ ਉਹਦਾ ਸਟ੍ਰੈਸ ਲੈਵਲ ਜਿਹੜਾ ਵਧੀ ਜਾਂਦਾ ਐਂਡ ਦੈਟ ਇਜ਼ ਵੈਰੀ ਕਿਲਿੰਗ। ਇੰਨੀ ਅਟੈਚਮੈਂਟ ਹੁਣ ਇਹ ਸਟ੍ਰੈਸ ਦੇ ਪਿੱਛੇ ਇੱਕ ਤੇ ਹੈ ਮਜ਼ਾ ਖਤਮ ਹੋ ਗਿਆ, ਇੱਕ ਹੈ ਕਿ ਟੌਕਸਿਨਸ ਬਣ ਗਏ ਜਿਸ ਕਰਕੇ ਸਟ੍ਰੈਸ ਵਧਣਾ ਸ਼ੁਰੂ ਹੋ ਗਿਆ। ਸੋ ਹੁਣ ਉਸ ਵੇਲੇ ਹੀ ਇਜ਼ ਇਨ ਟੂ ਮਚ ਡਿਸਟ੍ਰੈਸ ਐਂਡ ਮਤਲਬ ਹੀ ਇਜ਼ ਫੀਲਿੰਗ ਵੈਰੀ ਅਨਕੰਫਰਟੇਬਲ ਐਂਡ ਡਿਸਕੰਫਰਟ ਇੰਨਾ ਹੋ ਗਿਆ ਕਿ ਹੁਣ ਉਹ ਡਿਸਕੰਫਰਟ ਨੂੰ ਠੀਕ ਕਰਨ ਵਾਸਤੇ ਪੀ ਰਿਹਾ। ਇੱਥੋਂ ਤੱਕ ਉਹ ਮਜ਼ੇ ਵਾਸਤੇ ਪੀ ਰਿਹਾ ਸੀਗਾ, ਇੱਥੋਂ ਡਿਸਕੰਫਰਟ ਨੂੰ ਘਟਾਉਣ ਵਾਸਤੇ ਪੀ ਰਿਹਾ। ਫਿਰ ਉਹਦੇ ਅੰਦਰ ਕੀ ਹੁੰਦਾ ਜਦੋਂ ਉਹ ਡਰੱਗ ਛੱਡਦਾ ਹੈ, ਇਹ ਤੇ ਹੈ ਜਦੋਂ ਡਰੱਗ ਲੈ ਰਿਹਾ, ਜਦੋਂ ਉਹ ਡਰੱਗ ਛੱਡਦਾ ਹੈ ਨਾ ਤੇ ਉਹਦੇ ਅੰਦਰ ਇੱਕ ਕ੍ਰੋਨਿਕ ਡਿਸਫੋਰੀਆ ਆ ਜਾਂਦਾ। ਡਿਸਫੋਰੀਆ ਦਾ ਮਤਲਬ ਹੈ ਕਿ ਉਹਨੂੰ ਸਭ ਕੁਝ ਬਲੈਕ ਐਂਡ ਵਾਈਟ ਲੱਗਦਾ, ਉਹਨੂੰ ਦੁਨੀਆ ਚੰਗੀ ਨਹੀਂ ਲੱਗਦੀ, ਉਹਨੂੰ ਖਾਣਾ ਚੰਗਾ ਨਹੀਂ ਲੱਗਦਾ, ਉਹਨੂੰ ਪਾਣੀ ਅੱਛਾ ਨਹੀਂ ਲੱਗਦਾ, ਉਹਨੂੰ ਘਰ ਨਹੀਂ ਅੱਛਾ ਲੱਗਦਾ, ਘਰ ਦੇ ਨਹੀਂ ਅੱਛੇ ਲੱਗਦੇ, ਬੱਚੇ ਨਹੀਂ ਚੰਗੇ ਲੱਗਦੇ, ਕੋਈ ਵੀ ਦੁਨੀਆ ਦਾ ਜੀ ਨਹੀਂ ਅੱਛਾ ਲੱਗਦਾ। ਜਿੰਨੀਆਂ ਚੀਜ਼ਾਂ ਨੂੰ ਉਹਨੇ ਇੰਜੋਏ ਕਰਨਾ ਹੁੰਦਾ, ਜਿੰਨੀਆਂ ਉਹਦੀਆਂ ਹੌਬੀਜ਼ ਹੁੰਦੀਆਂ ਸਾਰੀਆਂ ਖਤਮ ਹੋ ਜਾਂਦੀਆਂ। ਸੋ ਹੀ ਇਜ਼ ਆਲਮੋਸਟ ਏ ਸਕੈਲਟਨ ਔਰ ਏ ਰੋਬੋਟ ਔਰ ਏ ਮਤਲਬ ਚਲਦੀ ਫਿਰਦੀ ਡੈਡ ਬੋਡੀ। ਦੈਟ ਇਜ਼ ਦ ਸਟੇਟ। ਸਾਡੇ ਜਦੋਂ ਪੇਸ਼ੈਂਟ ਡਰੱਗ ਛੱਡ ਦਿੰਦੇ ਆ ਨਾ, ਅਕਸਰ 'ਚ ਜਿਹੜੇ ਤੁਸੀਂ ਵਿਡਰੋਲਸ ਦੇਖਦੇ ਹੋ ਨਾ ਜਿਹਦੇ 'ਚ ਪੇਸ਼ੈਂਟ ਤੜਫਦਾ ਪਿਆ, ਦੇ ਆਰ ਨਾਟ ਦੈਟ ਪੇਨਫੁਲ। ਅਸਲੀ ਵਿਡਰੋਲ ਜਿਹੜੇ ਪੇਨਫੁਲ ਹੁੰਦੇ ਆ ਵੈਨ ਦਾ ਪੇਸ਼ੈਂਟ ਇਜ਼ ਇਨ ਡਿਸਫੋਰੀਆ। ਇਸ ਸਟੇਟ ਦੇ ਵਿੱਚ ਅਸੀਂ ਪੇਸ਼ੈਂਟ ਨੂੰ ਹਰਮਿਟੇਜ ਰੱਖਦੇ ਹਾਂ। ਸਾਡੇ ਕੋਲ ਜਿਹੜੇ ਪੇਸ਼ੈਂਟਸ ਹੁੰਦੇ ਆ ਹਰਮਿਟੇਜ ਦੇ ਵਿੱਚ, ਦੇ ਆਰ ਆਫਟਰ ਦਾ ਐਕਿਊਟ ਵਿਡਰੋਲਸ ਐਂਡ ਇਹ ਜਿਹੜੀ ਸਟੇਟ ਹੈ ਇਹ ਡਿਸਫੋਰੀਆ ਹੁੰਦਾ ਜਿਹੜੀ ਕਿ ਇਟਸ ਅ ਵੈਰੀ ਗਲੂਮੀ ਸਟੇਟ। ਬੰਦੇ ਨੂੰ ਕੋਈ ਚੀਜ਼ ਨਹੀਂ ਚੰਗੀ ਲੱਗ ਰਹੀ, ਈਵਨ ਰੋਸ਼ਨੀ ਵੀ ਨਹੀਂ ਚੰਗੀ ਲੱਗ ਰਹੀ, ਈਵਨ ਦਿਨ ਵੀ ਨਹੀਂ ਚੰਗਾ ਲੱਗ ਰਿਹਾ। ਉਹਦੇ ਵਾਸਤੇ ਰਾਤ ਹੀ ਰਾਤ ਹੈ, ਸਭ ਕੁਝ ਹਨੇਰਾ ਹੀ ਹਨੇਰਾ, ਉਹਨੂੰ ਚਾਨਣ ਨਹੀਂ ਕੋਈ ਨਜ਼ਰ ਆ ਰਿਹਾ। ਇੰਸਪਾਈਟ ਆਫ ਕਿ ਸਭ ਕੁਝ ਹੋਏ ਉਹਨੂੰ ਅੰਦਰੋਂ ਹਨੇਰਾ ਹੀ ਨਜ਼ਰ ਆ ਰਿਹਾ। ਹੁਣ ਜਿਸ ਇਨਸਾਨ ਨੂੰ ਹਰ ਵੇਲੇ ਹਨੇਰਾ ਨਜ਼ਰ ਆ ਰਿਹਾ ਉਹ ਹਰ ਵੇਲੇ ਕੋਸ਼ਿਸ਼ ਸੋਚ ਰਿਹਾ ਹੈ ਕਿ ਵੀ ਕਿਤੇ ਨਾ ਕਿਤੇ ਮੈਂ ਇੰਜੋਏ ਕੀਤਾ ਸੀਗਾ, ਮੈਨੂੰ ਇਹ ਸਟੇਟ ਕਿਤੇ ਆ ਜੇ। ਜਿੰਨਾ ਬੰਦਾ ਜ਼ਿਆਦਾ ਡਿਸਫੋਰੀਆ 'ਚ ਹੋਏਗਾ ਉਹਨੂੰ ਉਹ ਜ਼ਿਆਦਾ ਕ੍ਰੇਵਿੰਗ ਆਏਗੀ ਉਸ ਚੀਜ਼ ਨੂੰ ਅਚੀਵ ਕਰਨ ਵਾਸਤੇ। ਹੁਣ ਇਹ ਜੇ ਬੱਚਾ ਅਨਕੰਟਰੋਲਡ ਇਨਵਾਇਰਮੈਂਟ 'ਚ ਹੈ ਜਾਂ ਉਹਦੇ ਆਸੇ-ਪਾਸੇ ਇਸ ਤਰ੍ਹਾਂ ਦੇ ਟ੍ਰਿਗਰਸ ਹੈਗੇ ਹੈ ਕਿ ਜਿਹਦੇ ਕਰਕੇ ਉਹਨੂੰ ਕਿਊਜ਼ ਮਿਲਦੇ ਹੈ ਕਿ ਵੀ ਸ਼ਾਇਦ ਉਹਨੂੰ ਇਹ ਮਿਲ ਸਕੇ ਜਾਂ ਗੁੰਜਾਇਸ਼ ਹੋਏ, ਤੇ ਫਿਰ ਉਹਦੇ ਅੰਦਰ ਇਹ ਟ੍ਰਿਗਰਸ ਬਹੁਤ ਜ਼ਿਆਦਾ ਹੋਣਗੇ ਤੇ ਉਹਦਾ ਡਿਸਫੋਰੀਆ ਹੋਰ ਵੱਧਦਾ ਜਾਏਗਾ। ਪਰ ਜੇ ਉਹ ਅਨਕੰਟਰੋਲਡ ਇਨਵਾਇਰਮੈਂਟ 'ਚ ਹੋਏਗਾ ਜਿੱਥੇ ਕਿਤੇ ਗੁੰਜਾਇਸ਼ ਪੈਦਾ ਹੁੰਦੀ ਹੋਏਗੀ, ਉਹ ਇੱਕ ਦਿਨ ਇੰਪਲਸਿਵਲੀ ਡਰੱਗ ਲੈ ਲਏਗਾ ਤੇ ਉਹ ਇੱਥੇ ਆ ਕੇ ਫਾਲ ਕਰੇਗਾ ਜਿੱਥੇ ਫਿਰ ਸਟ੍ਰੈਸ ਜਿਹੜੀ ਹੈ ਉਹ ਵਧਣੀ ਸ਼ੁਰੂ ਹੋ ਜਾਏਗੀ। ਬਟ ਤੁਸੀਂ ਦੇਖੋ ਕਿ ਜੇ ਉਹ ਇੱਥੋਂ ਡਿਸਫੋਰੀਆ ਤੋਂ ਜਾ ਕੇ ਡਰੱਗ ਲੈ ਵੀ ਲੈਂਦਾ, ਹੀ ਕੈਨ ਨੈਵਰ ਰੀਚ ਐਨੀਵੇਅਰ ਨੀਅਰ ਮਜ਼ਾ। ਸੋ ਜਦੋਂ ਸਾਡਾ ਪੇਸ਼ੈਂਟ ਸਾਡੇ ਕੋਲ ਆਉਂਦਾ ਟ੍ਰੀਟਮੈਂਟ ਵਾਸਤੇ ਜਾਂ ਜਦੋਂ ਸਾਡਾ ਪੇਸ਼ੈਂਟ ਰੀਹੈਬ 'ਚ ਰਹਿ ਰਿਹਾ, ਹੀ ਇਜ਼ ਡਿਪਰਾਈਵਡ ਆਫ ਮਜ਼ਾ ਇਨ ਐਨੀ ਕੇਸ। ਉਹਨੂੰ ਮਜ਼ਾ ਨਹੀਂ ਆ ਸਕਦਾ, ਇਹ ਗਰੰਟਿਡ ਹੈ ਕਿ ਉਹਨੂੰ ਲਾਈਫ 'ਚ ਮਜ਼ਾ ਨਹੀਂ ਆ ਸਕਦਾ। ਹਾਂ, ਇਹ ਕਰ ਸਕਦਾ ਕਿ ਆਪਣੀ ਸਟ੍ਰੈਸ ਨੂੰ ਘਟਾ ਲੇ, ਆਪਣੀ ਟੈਨਸ਼ਨ ਨੂੰ ਘਟਾ ਲੇ ਔਰ ਮੋਮੈਂਟਰੀ ਕਿਸੇ ਨਾ ਕਿਸੇ ਤਰੀਕੇ ਥੋੜ੍ਹੀ ਜਿਹੀ ਤਾਕਤ ਆ ਜੇ, ਥੋੜ੍ਹਾ ਜਿਹਾ ਕੌਨਫੀਡੈਂਸ ਆ ਜੇ, ਥੋੜ੍ਹਾ ਜਿਹਾ ਉਹਨੂੰ ਇੰਝ ਲੱਗਣ ਲੱਗ ਪਏ ਕਿ ਸ਼ਾਇਦ ਸਾਹ ਸੌਖਾ ਹੋ ਗਿਆ, ਜਾਂ ਉਹਨੂੰ ਜਿਹੜੀ ਹੈ ਡਾਈਂਗ ਆਲਵੇਜ਼ ਡਾਈਂਗ ਮੂਮੈਂਟਸ ਵਾਲੀ ਮਿਜ਼ਰੀ ਹੈ ਉਹ ਘਟ ਜੇ। ਬਸ ਇਹੀ ਹੋਏਗਾ। ਪਰ ਉਹਦੇ ਨਾਲ ਕੀ ਹੋਏਗਾ ਕਿ ਇਹ ਜਿੰਨਾ ਫਿਰ ਇਹ ਡਿਸਫੋਰੀਆ ਇਹਦੇ ਨਾਲ ਕਰੇਗਾ, ਉਹਨੇ ਇਹ ਡਿਸਫੋਰੀਏ ਦੀ ਜਿਹੜੀ ਹੈ ਇੰਟੈਂਸਿਟੀ ਵੱਧਦੀ ਜਾਏਗੀ, ਉਹਨੀ ਡਿਸਫੋਰੀਆ ਦੀ ਇੰਟੈਂਸਿਟੀ ਵੱਧਦੀ ਜਾਏਗੀ। ਇਹਦਾ ਮਤਲਬ ਹੈ ਕਿ ਡਿਸਫੋਰੀਆ ਜਿਹੜਾ ਖਤਮ ਹੋਇਆ ਹੁੰਦਾ ਨਾ, ਜੇ ਇੱਕ ਵਾਰੀ ਉਹਨੇ ਫਿਰ ਕਰ ਲਿਆ, ਫਿਰ ਉਹ ਡਿਸਫੋਰੀਆ ਨੈਕਸਟ ਸਟੇਜ ਆਫ ਡਿਸਫੋਰੀਆ ਤੇ ਚਲੇ ਜਾਏਗਾ। ਪਰ ਇਹ ਡਿਸਫੋਰੀਆ ਜਿਹੜਾ ਹੈ ਇਹ ਘਟਾਉਣ ਵਾਸਤੇ ਵੀ ਹੈਵ ਟੂ ਬੀ ਇਨ ਟ੍ਰੇਨਿੰਗ ਪ੍ਰੋਗਰਾਮ, ਇਨ discipline, in detachment from all the things which are triggers. Like ਉਹਨੂੰ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਲਾਈਕ ਇਨ ਰੀਹੈਬ ਹੈ, ਉੱਥੇ ਕੋਈ ਗੁੰਜਾਇਸ਼ ਨਹੀਂ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਕੋਈ ਚੀਜ਼ ਪ੍ਰਕਿਓਰ ਕਰ ਸਕੋ। ਸੋ ਇਟਸ ਅ ਜ਼ੀਰੋ, ਗੁੰਜਾਇਸ਼ ਕੋਈ ਨਹੀਂ ਹੈ। ਹੁਣ ਉਹ ਜਿਹੜੀ ਗੁੰਜਾਇਸ਼ ਜ਼ੀਰੋ ਨਹੀਂ ਹੈ, ਹੁਣ ਉਹਦੇ ਕੋਲ ਕੀ ਜ਼ਰੀਆ ਰਹਿ ਗਿਆ? ਫੈਮਿਲੀ।
ਕਿਉਂਕਿ ਫੈਮਿਲੀ ਇਜ਼ ਦਾ ਨੈਕਸਟ ਇਨੇਬਲਰ। ਪੈਸੇ, ਫੋਨ, ਸੋ ਵੀ ਹੈਵ ਟੇਕਨ ਐਵਰੀਥਿੰਗ। ਅਸੀਂ ਫੋਨ ਵੀ ਲੈ ਲਿਆ, ਅਸੀਂ ਪੈਸੇ ਵੀ ਲੈ ਲਏ, ਅਸੀਂ ਉਹ ਸਾਰੇ ਕਨੈਕਸ਼ਨ ਵੀ ਕੱਟਤੇ। ਹੁਣ ਕੋਈ ਕਨੈਕਸ਼ਨ ਉਹਦੇ ਨਾਲ ਨਹੀਂ ਹੈ ਜਿਹਦੇ ਨਾਲ ਟ੍ਰਿਗਰ ਆਉਣਗੇ। ਹੁਣ ਓਨਲੀ ਕਨੈਕਸ਼ਨ ਜਿਹੜਾ ਉਹਨੂੰ ਪੋਸੀਬਲ ਲੱਗਦਾ ਹੈ ਕਿ ਜੇ ਉਹ ਆਪਣੀ ਫੈਮਿਲੀ ਨੂੰ ਮਨਾ ਲੈਂਦਾ ਹੈ ਕਿ ਆਈ ਐਮ ਇਨ ਮਿਜ਼ਰੀ ਜਾਂ ਮੈਨੂੰ ਤਕਲੀਫ ਹੈ, ਤੇ ਉਹਦਾ ਡਿਸਫੋਰੀਆ, ਉਹ ਮਤਲਬ ਅਲਟੀਮੇਟਲੀ ਉਹ ਫੈਮਿਲੀ ਨਾਲ ਜਿਹੜਾ ਰਿਲੇਟ ਕਰ ਰਿਹਾ ਨਾ, ਉਹ ਇਸ ਤਰੀਕੇ ਨਾਲ ਰਿਲੇਟ ਕਰ ਰਿਹਾ ਕਿ ਉਹ ਮੇਰਾ ਡਿਸਫੋਰੀਆ ਘਟ ਜੇ। ਤੋ ਜਦੋਂ ਕਨਵਿੰਸ ਕਰ ਰਿਹਾ ਹੋਏਗਾ ਨਾ ਕਿ ਮੈਂ ਫੋਨ ਕਰਨਾ, ਉਸੇ ਫੈਮਿਲੀ ਮੈਂਬਰਸ ਨਾਲ ਜਿਨ੍ਹਾਂ ਨੇ ਉਹਨੇ 6 ਮਹੀਨੇ ਗੱਲ ਨਹੀਂ ਕੀਤੀ ਹੁੰਦੀ, ਹੁਣ ਉਹ ਘਰ ਕਿਸ ਤਰ੍ਹਾਂ ਯਾਦ ਆ ਗਿਆ, ਹੁਣ ਬੱਚੇ ਕਿਸ ਤਰ੍ਹਾਂ ਯਾਦ ਆ ਗਏ, ਹੁਣ ਆਪਣਾ ਕੰਮ ਕਿਵੇਂ ਯਾਦ ਆ ਗਿਆ, ਹੁਣ ਆਪਣਾ ਨੁਕਸਾਨ ਕਿਵੇਂ ਯਾਦ ਆ ਗਿਆ। ਇਹਦਾ ਮਤਲਬ ਹੈ ਇਹ ਜਿਹੜੀਆਂ ਚੀਜ਼ਾਂ ਵੀ ਹੈ ਨਾ, ਨੁਕਸਾਨ, ਪੜ੍ਹਾਈ, ਕੰਮ, ਪੈਸਾ, ਮੇਰੀ ਕੰਮ ਰਹਿ ਗਏ, ਅਧੂਰੇ ਰਹਿ ਗਏ, ਮੈਨੂੰ ਫੈਮਿਲੀ ਮੈਂਬਰਸ ਯਾਦ ਆ ਰਹੇ ਹੈ, ਮੈਨੂੰ ਆਪਣਾ ਘਰ ਬੜਾ ਯਾਦ ਆ ਰਿਹਾ, ਮੈਨੂੰ ਆਪਣੇ ਘਰ ਦੀ ਰੋਟੀ ਯਾਦ ਆ ਰਹੀ ਹੈ, ਅਸਲ 'ਚ ਮੈਨੂੰ ਯਾਦ ਹੈ ਆ ਰਹੀ ਹੈ। ਈਵਨ ਹੀ ਡਜ਼ਨਟ ਅੰਡਰਸਟੈਂਡ, ਉਹਨੂੰ ਵੀ ਨਹੀਂ ਪਤਾ ਹੁੰਦਾ, ਉਹ ਬਿਲਕੁਲ ਸੱਚ ਕਹਿ ਰਿਹਾ ਹੁੰਦਾ ਕਿ ਮੈਨੂੰ ਯਾਦ ਆ ਰਿਹਾ। ਸਾਡਾ ਇੱਕ ਪੇਸ਼ੈਂਟ ਸੀਗਾ, ਉਹਦੇ ਘਰ ਬੱਚੇ ਦੀ ਬਰਥ ਹੋਈ, ਤੇ ਉਹ ਕਹਿੰਦਾ ਮੈਂ ਆਪਣੇ ਬੱਚਾ ਹੋਇਆ ਤੇ ਮੈਂ ਉਹਨੂੰ ਦੇਖਣ ਜਾਣਾ। ਅਸੀਂ ਉਹਨੂੰ ਛੁੱਟੀ ਦਿੱਤੀ, ਤੋ ਇਹ ਅਨਟਾਈਮਲੀ ਛੁੱਟੀ ਸੀ, ਜਸਟ ਉਹ ਬੱਚੇ ਦੀ ਬੇਟੇ ਦੀ ਬਰਥ ਕਰਕੇ। ਤੇ ਵੀ ਥਾਟ ਕਿ ਸ਼ਾਇਦ ਉਹ ਆਪਣਾ ਜਾ ਕੇ ਉਹ ਬੱਚੇ ਨੂੰ ਦੇਖਣਾ ਚਾਹੇਗਾ, ਉਹਦੇ ਅੰਦਰ ਖਾਹਿਸ਼ ਪੈਦਾ ਹੋਏਗੀ। ਬਿਫੋਰ ਹੀ ਰੀਚਡ ਹਿਸ ਹੋਮ, he got drinks and drunk and got intoxicated, had to be brought back again। ਕਿਉਂਕਿ ਉਹਦੇ ਮਨ 'ਚ ਬੱਚਾ ਨਹੀਂ ਸੀਗਾ, ਉਹਦੇ ਮਨ 'ਚ ਸੀਗਾ ਕਿ ਉਹ ਤਰੀਕਾ ਹੈ। ਈਵਨ ਇੱਥੋਂ ਤੱਕ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਲਾਸ ਆਫ ਲਾਈਫ ਹੁੰਦਾ ਨਾ, ਤੇ ਸਾਡਾ ਪੇਸ਼ੈਂਟ ਕਹੇਗਾ ਕਿ ਮੈਂ ਜਾ ਕੇ ਲਾਸਟ ਰਾਈਟਸ ਕਰਨੇ ਆ। ਉਹ ਲਾਸਟ ਰਾਈਟਸ ਵਾਸਤੇ ਨਹੀਂ ਬਾਹਰ ਜਾ ਰਿਹਾ, ਉਹ ਸਿਰਫ ਇਸ ਡਿਸਫੋਰੀਏ ਤੋਂ ਕਰਕੇ ਲਾ ਰਿਹਾ। ਪਰ ਜੇ ਉਹਨੂੰ ਗੁੰਜਾਇਸ਼ ਹੋ ਜਾਏ, ਉਹਦੇ ਘਰ ਦੇ ਆ ਕੇ ਕਹਿ ਜਾਣ ਕੋਈ ਨਹੀਂ ਆਪਾਂ ਤੈਨੂੰ ਕਢਾਈ ਲਵਾਂਗੇ, ਕੋਈ ਨਹੀਂ ਤੇਰੇ ਵਾਸਤੇ ਮੈਂ ਅਰੇਂਜਮੈਂਟ ਕਰਦਾ, ਕੋਈ ਨਹੀਂ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦਾ, ਅਸੀਂ ਬਣਾ ਲਾਂਗੇ। ਆਪਾਂ ਉਹਨੂੰ ਤੰਗ ਕਰ ਰਹੇ ਹਾਂ ਕਿ ਉਹਦੇ ਡਿਸਫੋਰੀਆ। ਜੇ ਤੁਸੀਂ ਸਟਰੋਂਗ ਇੱਕ ਸਟੇਟਮੈਂਟ ਦੇ ਦੋਗੇ ਵੀ ਅਸੀਂ ਕੁਛ ਨਹੀਂ ਕਰਨਾ, ਜੋ ਡਾਕਟਰ ਸਾਹਿਬ ਕਹਿਣਗੇ ਉਹੀ ਹੋਏਗਾ, ਜੋ ਪ੍ਰੋਗਰਾਮ ਕਹੇਗਾ ਉਹੀ ਹੋਏਗਾ, ਬੈਸਟ ਪੋਸੀਬਲ ਟਰੀਟਮੈਂਟ ਕਰਾਉਣਾ, ਵੀ ਵਾਂਟ ਯੂ ਬੈਕ, ਫਿਰ ਉਹਦਾ ਡਿਸਫੋਰੀਆ ਘੱਟ ਜਾਏਗਾ ਜਿੰਨੀ ਤੁਸੀਂ ਅਸਰਟਿਵ ਸਟੇਟਮੈਂਟ ਦਿਓਗੇ। through counselings or through therapy sessions ਐਂਡ ਵਿਦ ਮੈਡੀਕੇਸ਼ਨ। with medications। ਬਟ ਜਦੋਂ ਪੇਸ਼ੈਂਟ ਆਊਟ ਆਫ ਹਰਮਿਟੇਜ ਆਉਂਦਾ ਹੈ, ਐਜ਼ ਫੈਮਿਲੀ ਤੁਸੀਂ ਡਿਸਫੋਰੀਆ ਨੂੰ ਕਿੱਥੇ ਤੱਕ ਕਰਨਾ ਚਾਹੀਦਾ ਵੀ ਉਹ ਡਿਪੈਂਡੈਂਟ ਵੀ ਨਾ ਹੋ ਜਾਏ, ਵੀ ਅਸੀਂ ਉਹਨੂੰ ਖੁਸ਼ ਕਰਦੇ ਰਹੀਏ ਕੱਢਣ ਲਈ? ਅਸੀਂ ਉਹਨੂੰ ਸਿਰਫ ਤੇ ਸਿਰਫ ਟ੍ਰੇਨਿੰਗ ਦੇਣੀ ਹੈ ਸੋ ਦੈਟ ਹੀ ਕੈਨ ਵਰਕ ਔਨ ਹਿਮਸੈਲਫ। ਤੁਸੀਂ ਆਪਣੇ ਡਿਸਫੋਰੀਆ ਤੇ ਕੰਮ ਕਰਨਾ, ਉਹਨੇ ਆਪਣੇ ਡਿਸਫੋਰੀਆ ਤੇ ਕੰਮ ਕਰਨਾ। ਫੈਮਿਲੀ ਵੀ ਤੇ ਡਿਸਫੋਰੀਆ 'ਚ ਹੈ ਨਾ, ਫੈਮਿਲੀ ਨੂੰ ਵੀ ਤਾਂ ਲੋ ਫੀਲ ਹੋ ਰਿਹਾ ਹੈ, ਫੈਮਿਲੀ ਵੀ ਤੇ ਇਸ ਵੇਲੇ ਬ੍ਰੋਕਨ ਹੈ। ਫੈਮਿਲੀ ਨੀਡਸ ਟੂ ਲਰਨ ਕਿ ਉਹਨਾਂ ਨੇ ਆਪਣੇ ਡਿਸਫੋਰੀਆ ਦੇ ਵੇਲੇ ਕਿਹੜਾ ਕੰਮ ਕਰਨਾ, ਸੋ ਦੈਟ ਪੇਸ਼ੈਂਟ ਆਲਸੋ ਲਰਨਸ ਕਿ ਜਿਹੜੀ ਉਹਨੂੰ ਟ੍ਰੇਨਿੰਗ ਮਿਲੀ ਹੈ ਉਹਨੂੰ ਫੋਲੋ ਅਪ ਦੇ ਵਿੱਚ ਆ ਕੇ ਰਿਵਾਈਵ ਕਰਕੇ ਆਪਣੇ ਡਿਸਫੋਰੀਆ ਦੇ ਉੱਪਰ ਕਿਵੇਂ ਕੰਮ ਕਰਨਾ। ਫਿਰ ਅਸੀਂ ਕੀ ਕਹਿੰਦੇ ਆ ਕਿ ਦੇਰ ਇਜ਼ ਅ ਪਲੇਸ ਕਾਲਡ 4 to 6 ਹੈ ਨਾ, ਵਿਚ ਇਜ਼ ਅ ਹੈਲਦੀ ਮੂਡ। ਸਾਨੂੰ 10 ਨਹੀਂ ਚਾਹੀਦਾ, ਸਾਨੂੰ 0 ਨਹੀਂ ਚਾਹੀਦਾ। ਹੁਣ ਡਿਸਫੋਰੀਆ ਜਿਹੜਾ ਹੈਗਾ ਇਹ 0 ਤੋਂ ਲੈ ਕੇ 2 3 ਤੱਕ ਹੈਗਾ। ਅਸੀਂ ਫਿਰ ਇਹ ਕਹਿੰਦੇ ਆ ਕਿ ਜਿੰਨੀ ਦੇਰ ਤੱਕ 4 ਸਟੇਟ ਨਹੀਂ ਆਉਂਦੀ, ਅਸੀਂ ਗੁਜ਼ਾਰੇ ਵਾਲੇ ਮੂਡ 'ਚ ਰਵਾਂਗੇ। ਈਵਨ ਇਫ ਸਾਨੂੰ ਗੁਜ਼ਾਰੇ ਵਰਗਾ ਮੂਡ ਵੀ ਜੇ ਥੋੜੀ ਦੇਰ ਵਾਸਤੇ ਸਹਾਰਨਾ ਪਏਗਾ ਤੇ ਵੀ ਵਿਲ ਬੀਅਰ ਇਟ, ਬਟ ਵਿਲ ਨਾਟ ਗੋ ਇਨਟੂ ਦਾ ਰਟ ਅਗੇਨ। ਸੋ ਇਹ ਸਾਰੀ ਦਾ ਸਾਰਾ ਪ੍ਰੋਸੈਸ ਹੈ। ਐਂਡ ਮੈਂ ਤੁਹਾਨੂੰ ਦੱਸਾਂ, ਸਾਰੇ ਟ੍ਰੀਟਮੈਂਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਪਤਾ ਕੀ ਹੈ? ਸਭ ਤੋਂ ਇੰਪੋਰਟੈਂਟ ਚੀਜ਼ ਫੋਲੋ ਅਪ ਹੈ। ਜਦੋਂ ਸਾਡਾ ਪੇਸ਼ੈਂਟ ਸਾਰੀ ਟ੍ਰੇਨਿੰਗ ਬਾਹਰ ਲੈ ਕੇ ਜਾਏਗਾ, ਉਸ ਤੋਂ ਬਾਅਦ ਜਦੋਂ ਉਹ ਘਰ ਜਾਏਗਾ, ਜਿਹੜੇ ਉਹਦੇ ਫੋਲੋ ਅਪ ਟ੍ਰੇਨ ਕੀਤੇ ਹੋਣਗੇ ਨਾ, ਡਰਾਫਟ ਕੀਤੇ ਹੋਣਗੇ, ਜਦੋਂ ਉਹ ਵਿਲਿੰਗਲੀ ਆਪਣੇ ਫੋਲੋ ਅਪ ਵਾਸਤੇ ਆਏਗਾ, ਦੈਟ ਮੀਨਸ ਹੀ ਇਜ਼ ਔਨ ਦਾ ਰਾਈਟ ਟਰੈਕ। ਜਿੰਨੀ ਦੇਰ ਤੱਕ ਉਹ ਆਪਣੇ ਫੋਲੋ ਅਪ ਤੋਂ ਦੂਰ ਭੱਜ ਰਿਹਾ ਹੈ ਨਾ, ਇਹਦਾ ਮਤਲਬ ਹੈ ਕਿ ਹਾਲੇ ਵੀ ਹੀ ਨੀਡਸ ਟ੍ਰੀਟਮੈਂਟ। ਬਟ ਦੇਰ ਇਜ਼ ਨਥਿੰਗ ਟੂ ਡਿਸਹਾਰਟਨ, ਇਟ ਇਜ਼ ਅ ਪ੍ਰੋਸੈਸ, ਇਟ ਵਿਲ ਟੇਕ ਟਾਈਮ। ਸੋ ਡਿਸਫੋਰੀਆ ਪੇਸ਼ੈਂਟ ਮੀਨਸ he has to take his own responsibility ਕਿ ਮੇਰਾ ਡਿਸਫੋਰੀਆ ਮੈਂ ਆਪਣੀ ਸਕਿੱਲਸ ਯੂਜ਼ ਕਰਕੇ ਠੀਕ ਕਰਨਾ। ਹਾਂ, ਡਿਸਫੋਰੀਆ ਦੇ ਨਾਲ ਸੈਲਫ ਵਿਕਟਮਾਈਜੇਸ਼ਨ 'ਚ ਨਹੀਂ ਜਾਣਾ। ਡਿਸਫੋਰੀਆ ਨੂੰ ਇਹ ਬਰਦਾਸ਼ਤ ਕਰਨਾ ਕਿ ਮੇਰਾ ਗੁਜ਼ਾਰੇ ਜੋਗਾ ਮੂਡ ਹੈ, ਬਟ ਦਿਸ ਇਜ਼ ਮਾਈ ਰੀਅਲ ਮੂਡ। ਹੁਣ ਆਈ ਹੈਵ ਟੂ ਡੂ ਸਰਟਨ ਐਕਟੀਵਿਟੀਜ਼ ਟੂ ਗੈਟ ਰਿਡ ਆਫ ਇਟ।
ਇਹਦੇ ਵਾਸਤੇ ਕੋਗਨੀਟਿਵ ਐਕਸਰਸਾਈਜ਼ ਹੈ, ਇਹਦੇ ਵਾਸਤੇ ਸਾਈਕੋਡਰਾਮਾ ਹੈ, ਇਹਦੇ ਵਾਸਤੇ ਐਕਸਰਸਾਈਜ਼ ਹੈ, ਸਾਰਾ ਦਿਨ ਅਸੀਂ ਜੋ ਕਰਦੇ ਹਾਂ ਰੂਟੀਨ ਦੇ ਵਿੱਚ, ਕਿਉਂਕਿ ਇਟ ਇਜ਼ ਸਮਥਿੰਗ ਟੂ ਡੂ ਕਿ ਜੇ ਇਹ ਨਹੀਂ ਠੀਕ ਹੋਏਗਾ ਫਿਰ ਪੇਸ਼ੈਂਟ ਦੁਬਾਰਾ ਤੋਂ ਰਿਲੈਪਸ ਕਰ ਜਾਏਗਾ। ਸੋ ਅਲਟੀਮੇਟਲੀ ਸਾਡਾ ਜਿਹੜਾ ਮਕਸਦ ਹੋਏਗਾ ਇਸ ਡਿਸਫੋਰੀਏ ਤੋਂ ਬਾਹਰ ਆਉਣ ਦੀ ਟ੍ਰੇਨਿੰਗ। ਅਸੀਂ ਸਾਰੇ ਕਦੀ ਨਾ ਕਦੀ ਮੋਮੈਂਟਲੀ ਡਿਸਫੋਰੀਆ ਜਾਂਦੇ ਹਾਂ। ਡਿਸਥਾਈਮੀਆ ਜਿਹਨੂੰ ਕਹਿੰਦੇ ਨਾਟ ਡਿਪਰੈਸ਼ਨ ਬਟ ਇਟ ਇਜ਼ ਲੈਸ ਦੈਨ ਡਿਪਰੈਸ਼ਨ, ਬਟ ਸਮਟਾਈਮਜ਼ ਇਟ ਇਜ਼ ਮੋਰ ਕਿਲਿੰਗ। ਸਾਡੇ ਪੇਸ਼ੈਂਟ ਦੀ ਪ੍ਰੋਬਲਮ ਇਹ ਹੁੰਦੀ ਹੈ ਦੂਸਰਿਆਂ ਨਾਲੋਂ ਕਿ ਅਸੀਂ ਉਹ ਨਹੀਂ ਦੇਖਿਆ ਹੁੰਦਾ ਜਿਹੜਾ ਕਦੀ ਨਹੀਂ ਦੇਖਣਾ ਚਾਹੀਦਾ, ਪਰ ਸਾਡੇ ਪੇਸ਼ੈਂਟ ਨੇ ਉਹ ਦੇਖਿਆ ਹੁੰਦਾ ਜਿਹੜਾ ਉਹਨੂੰ ਕਦੀ ਨਹੀਂ ਦੇਖਣਾ ਚਾਹੀਦਾ। ਪਰ ਉਹਦਾ ਦੂਜਾ ਪਾਰਟ ਹੈ ਕਿ ਫੈਮਿਲੀ ਉਹ ਨਹੀਂ ਦੇਖਣਾ ਚਾਹੁੰਦੀ ਜਿਹੜਾ ਉਹਨਾਂ ਨੂੰ ਕਦੀ ਨਹੀਂ ਦੇਖਣਾ ਚਾਹੀਦਾ। ਇਹ ਡਿਜ਼ੀਜ਼ ਇਹ ਕਹਿੰਦੀ ਹੈ ਕਿ ਜੇ ਤੁਸੀਂ ਉਹ ਦੇਖ ਲਿਆ ਜਿਹੜਾ ਤੁਸੀਂ ਕਦੀ ਨਹੀਂ ਸੀ ਦੇਖਣਾ, ਤੁਹਾਨੂੰ ਇੱਕ ਵਾਰੀ ਉਹ ਦੇਖਣਾ ਪਏਗਾ ਜਿਹੜਾ ਤੁਸੀਂ ਕਦੀ ਦੇਖਣਾ ਨਹੀਂ ਚਾਹੋਗੇ। ਐਂਡ ਫੈਮਿਲੀ ਇਜ਼ ਆਲਵੇਜ਼ ਇਨ ਫੀਅਰ ਕਿ ਕਿਤੇ ਮੈਨੂੰ ਉਹ ਦਿਨ ਨਾ ਦੇਖਣਾ ਪੈ ਜੇ ਜਿਹੜਾ ਮੈਨੂੰ ਪਤਾ ਹੈ ਕਿ ਲੋਕਾਂ ਨੂੰ ਦੇਖਣਾ ਪੈਂਦਾ ਤੇ ਮੈਂ ਉਹ ਨਹੀਂ ਦੇਖਣਾ ਚਾਹੁੰਦੀ। ਸੋ ਆਲ ਦੈਟ ਐਫਰਟ ਇਜ਼ ਦੈਟ। ਪਰ ਜਦੋਂ ਇਨਸਾਨ ਨੇ ਉਹ ਦੇਖਿਆ ਹੁੰਦਾ ਕਿ ਜਦੋਂ ਉਹਨੇ ਕਦੀ ਨਹੀਂ ਦੇਖਿਆ ਹੁੰਦਾ, ਉਹਨੂੰ ਨਹੀਂ ਰਿਅਲਾਈਜ਼ ਹੁੰਦਾ ਕਿ ਮੈਨੂੰ ਇੱਕ ਦਿਨ ਉਹ ਦੇਖਣਾ ਪਏਗਾ ਜਿਹੜਾ ਮੈਂ ਕਦੀ ਸੋਚਿਆ ਵੀ ਨਹੀਂ ਹੈ ਕਿ ਮੈਨੂੰ ਜ਼ਿੰਦਗੀ 'ਚ ਦੇਖਣਾ ਪਏਗਾ। There is a difference between people taking drugs and alcohol and people addicted to drugs and alcohol. ਉਹਦੇ 'ਚ ਬਹੁਤ ਡਿਫਰੈਂਸ ਹੈ। So this is a story of addiction, not a story of patients taking. ਮਤਲਬ ਸ਼ਰਾਬ ਪੀਣਾ ਤੇ ਸ਼ਰਾਬੀਪਨ ਦੀ ਬਿਮਾਰੀ 'ਤੇ ਬਹੁਤ ਫਰਕ ਹੈ। ਡਰੱਗਸ ਲੈਣੀਆਂ ਤੇ ਡਰੱਗਸ ਦੀ ਬਿਮਾਰੀ ਲੱਗ ਜਾਣੀ ਇਹ ਦੋ ਡਿਫਰੈਂਟ ਚੀਜ਼ਾਂ। ਜਿਹੜੇ ਡਰੱਗਸ ਲੈਂਦੇ ਪਏ ਹੈ ਤੇ ਉਹ ਬਿਮਾਰ ਨਹੀਂ ਹੈਗੇ, ਉਹਨਾਂ ਦਾ ਮੈਟਾਬੋਲਿਕ ਹਾਲੇ ਐਰਰ ਨਹੀਂ ਆਇਆ। ਹੋ ਸਕਦਾ ਕੱਲ੍ਹ ਨੂੰ ਆ ਜਾਏ, ਸਾਲ ਬਾਅਦ ਆ ਜਾਏ, 6 ਮਹੀਨੇ ਬਾਅਦ ਆ ਜਾਏ, ਪਰ ਜਿਹੜੇ ਸਾਡੇ ਕੋਲ ਪੇਸ਼ੈਂਟ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਮੈਟਾਬੋਲਿਕ ਐਰਰ ਆ ਚੁੱਕਿਆ। ਦੂਸਰੀ ਗੱਲ ਕਿ ਜਿਹੜੇ ਪੇਸ਼ੈਂਟ 20% ਪੇਸ਼ੈਂਟ ਹੈ ਉਹਨਾਂ ਨੇ ਜਿਹੜੀ ਪੀਕ ਦੇਖੀ ਹੁੰਦੀ ਹੈ, ਨੋਰਮਲ ਲੋਕਾਂ ਨੇ ਉਹ ਪੀਕ ਨਹੀਂ ਦੇਖੀ ਹੁੰਦੀ। ਨੋਰਮਲ ਲੋਕਾਂ ਨੇ ਇੱਥੋਂ ਤੱਕ ਹੀ ਦੇਖਿਆ ਹੁੰਦਾ। ਉਹ ਡਰੱਗਸ ਲੈਂਦੇ ਆ, ਉਹਨਾਂ ਨੂੰ ਥੋੜ੍ਹਾ ਜਿਹਾ ਮਜ਼ਾ ਆਉਂਦਾ, ਦੇ ਡੋਂਟ ਫੀਲ ਰੈਲਿਸ਼ ਦੈਟ ਮੱਚ। ਕਈ ਵਾਰੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਕਈ ਵਾਰੀ ਇੱਕ ਵਾਰੀ ਲੈਂਦੇ ਆ ਤੇ ਉਹਨਾਂ ਨੂੰ ਉਲਟੀ ਜਿਹੀ ਆਉਂਦੀ ਹੈ ਐਂਡ ਦੇ ਫੀਲ ਡਿਸਗਸਟਡ ਕਿ ਇਹ ਵੇਸਟ ਆਫ ਟਾਈਮ ਹੈਗਾ। ਪਰ ਸਾਡੇ ਪੇਸ਼ੈਂਟ ਵਾਸਤੇ ਇਹ ਇੱਕ ਐਕਸੀਡੈਂਟ ਹੈ। ਦਿਸ ਇਜ਼ ਐਨ ਐਕਸੀਡੈਂਟ। ਹਾਂਜੀ। सर मेरा क्वेश्चन वो लास्ट स्लाइड से है, एल्डिहाइड्स वाली से। जैसे एल्डिहाइड बन गया उसके बाद वो स्टेट भी आ गई किसी की लाइफ में जो नोज़िया हो गया, हैंगओवर हो गया, लेकिन कोई पर्सन वो स्टेट देख के सेकंड टाइम अल्कोहल कंज्यूम नहीं करता क्योंकि उसको वो याद आ जाता है कि लास्ट टाइम हैंगओवर था, नोज़िया था। सर वो पर्सन 80% में होगा या प्लस उसके साथ ये इंडिकेशन होगी कि अब वो 20% में जाने की उसकी प्रोबेबिलिटी बढ़ गई है? उसकी 20% में जाने की प्रॉबिलिटी बढ़ गई है, क्योंकि जो इंसान नॉर्मल होगा ना 80% में, उसके साथ एक कुछ ऐसा इंसिडेंट होगा ना तो वो कभी दोबारा उसकी तरफ देखेगा भी नहीं। लेकिन जो 20% पेशेंट्स हैं ना, उनके साथ ये होता रहता है और इसको इग्नोर करते रहते हैं और फिर भी वो रिपीट करते रहते हैं वही एक्शन जिनके साथ उनकी सब हर रोज़ ये ट्रॉमा हो रहा है, हर रोज़ ये सब कुछ हो रहा है। दे जस्ट कीप ऑन रिपीटिंग इट, रिपीटिंग द एक्शन, बिकॉज उन्होंने रीइंफोर्समेंट देख ली ना। दूसरे इंसान की जिसको रीइंफोर्समेंट नहीं मिली उनके लिए तो ये वेस्ट है। उनको तो स्मेल आएगी, उनको तो अच्छा नहीं लगेगा, उनको तो एक्ट ऑफ सिगरेट बड़ा गंदा लगेगा, उनको तम्बाकू लगाना कितना बुरा लगेगा, उनको ड्रिंक में से बॉटल को ग्लास में डालना, दे विल फील स्मेली, दे विल नॉट फील इट, दे विल नॉट relish इट। उनको होगा कि मैं पीता हूँ तो उसके बाद तो मैं जाग जाता हूँ, मेरी तो नींद ही ख़राब हो गई। तो लोग कहते हैं आगे से नहीं पीनी, मेरी नींद ख़राब हो गई।